ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਆਪ ਜੀ ਜੁੜ ਚੁੱਕੇ ਹੋ ਇਹ ਸ਼ਾਮ ਦੀ ਗੁਰਬਾਣੀ ਸੰਥਿਆ ਦੀ ਕਲਾਸ ਵਿੱਚ, ਜਿਸ ਵਿੱਚ ਆਪਾਂ ਕੱਲ ਜਪਜੀ ਸਾਹਿਬ ਦੀ ਜੋ ਸੰਥਿਆ ਹੈ ਉਹਦੀ ਸਮਾਪਤੀ ਕਰ ਚੁੱਕੇ ਹਾਂ ਤੇ ਅੱਜ ਜੋ ਆਪਾਂ ਸੰਥਿਆ ਕਰਨੀ ਹੈ, ਰਹਿਰਾਸ ਸਾਹਿਬ ਦੀ ਬਾਣੀ ਦੀ ਸੰਥਿਆ ਆਰੰਭ ਕਰਨੀ ਹੈ। ਮੇਰਾ ਮਨ ਸੀ ਕਿ ਆਪਾਂ ਜੋ ਗੁਰਬਾਣੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਿਹੜੀ ਬਾਣੀ ਹੈ ਜਪਜੀ ਸਾਹਿਬ, ਫਿਰ ਉਸ ਤੋਂ ਬਾਅਦ ਰਹਿਰਾਸ ਤੇ ਫਿਰ ਉਸ ਤੋਂ ਬਾਅਦ ਅਖੀਰ ਤੇ ਸੋਹਿਲਾ, ਇਹ ਪੁਰਾਤਨ ਨਿਤਨੇਮ ਹੈ। ਮੈਂ ਦਿਲ 'ਚ ਸੀ ਕਿ ਪਹਿਲੋਂ ਆਪਾਂ ਇਹ ਕੰਪਲੀਟ ਕਰ ਲੈਂਦੇ, ਫਿਰ ਉਸ ਤੋਂ ਬਾਅਦ ਆਪਾਂ ਜੋ ਬਾਣੀਆਂ ਹਨ ਜਾਪ ਸਾਹਿਬ ਤਾਂ ਪ੍ਰਸਾਦ ਸੋਈਏ, ਉਹ ਬਾਣੀਆਂ ਦੀ ਸੰਥਿਆ ਆਪਾਂ ਬਾਅਦ ਵਿੱਚ ਕਰਦੇ ਹਾਂ। ਨਾਲੇ ਉਨੀ ਦੇਰ ਤੱਕ ਜੋ ਗੁਰਬਾਣੀ ਉੱਤੇ ਪਕੜ ਬਣ ਜਾਂਦੀ ਹੈ, ਅੱਖਰਾਂ ਦੀ ਸਮਝ ਜਿਹੜੀ ਉਹ ਲੱਗਣੀ ਜਦੋਂ ਸ਼ੁਰੂ ਹੋ ਜਾਂਦੀ ਹੈ। ਤੇ ਜਾਪ ਸਾਹਿਬ ਦੀ ਬਾਣੀ ਮਹਿੰਗੀ ਬਾਣੀ ਹੈ, ਤੇ ਇਸ ਕਰਕੇ ਮਨ 'ਚ ਸੀ ਕਿ ਚਲੋ ਪਹਿਲਾਂ ਰਹਿਰਾਸ ਸਾਹਿਬ ਦੇ ਪਾਠ ਦੀ ਜਿਹੜੀ ਆਪਾਂ ਸੰਥਿਆ ਉਹ ਕਰ ਲਈਏ, ਤੇ ਫਿਰ ਉਸ ਤੋਂ ਬਾਅਦ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਕਰਕੇ ਫਿਰ ਜਿਹੜਾ ਹੈ ਜਾਪ ਸਾਹਿਬ ਆਰੰਭ ਕਰ ਦੇਵਾਂਗੇ, ਕਿਉਂਕਿ ਚੌਪਈ ਸਾਹਿਬ ਦਾ ਪਾਠ ਵੀ ਰਹਿਰਾਸ ਦੀ ਬਾਣੀ 'ਚ ਆ ਜਾਣਾ, ਤੇ ਫਿਰ ਉਹਦੇ ਨਾਲ ਆਪਣੇ ਕੋਲ ਜਿਹੜਾ ਹੈ ਫਿਰ ਆਨੰਦ ਸਾਹਿਬ ਦਾ ਜਾਪ ਜਿਹੜਾ ਹੈ, ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੀ ਵੀ ਸੰਥਿਆ ਕਰਕੇ ਫਿਰ ਆਪ ਸੰਗਤ ਦੇ ਨਾਲ ਜੋ ਵੀ ਆਪ ਜੀ ਦੀ ਰਹਿ ਹੋਏਗੀ, ਆਸਾ ਦੀ ਵਾਰ ਕਰਨੀ ਹੋਈ ਜਾਂ ਸੁਖਮਨੀ ਸਾਹਿਬ ਦੀ ਬਾਣੀ ਕਰਨੀ ਹੋਈ, ਜਿਹੜੀ ਬਾਣੀ ਆਪ ਸੰਗਤ ਕਹੋਗੇ ਫਿਰ ਆਪਾਂ ਉਸਦੀ ਸੰਥਿਆ ਆਰੰਭ ਕਰ ਲਵਾਂਗੇ। ਸੋ ਬੇਨਤੀ, ਜਿਵੇਂ ਮੈਂ ਕਹਿ ਦਿੱਤਾ ਕਿ ਇਹ ਜਿਹੜੀ ਬਾਣੀ ਹੈ ਰਹਿਰਾਸ ਸਾਹਿਬ ਦੀ ਬਾਣੀ, ਇਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ, ਸਭ ਤੋਂ ਪਹਿਲਾਂ ਜਪਜੀ ਸਾਹਿਬ, ਫਿਰ ਉਸ ਤੋਂ ਬਾਅਦ ਇਹ ਸੋਧਰ ਦੇ ਸਿਰਲੇਖ ਹੇਠ ਜਿਹੜੇ ਹਨ 5 ਸ਼ਬਦ ਹਨ ਸੋਧਰ ਦੇ ਸਿਰਲੇਖ ਦੇ ਹੇਠਾਂ, ਜਿਨ੍ਹਾਂ ਵਿੱਚੋਂ ਪਹਿਲੇ 3 ਗੁਰੂ ਨਾਨਕ ਸਾਹਿਬ ਜੀ ਦੇ, ਫਿਰ ਉਸ ਤੋਂ ਬਾਅਦ ਜਿਹੜਾ ਚੌਥਾ ਸ਼ਬਦ ਹੈ ਉਹ ਗੁਰੂ ਰਾਮਦਾਸ ਜੀ ਦਾ ਹੈ, ਤੇ 5ਵਾਂ ਸ਼ਬਦ ਗੁਰੂ ਅਰਜਨ ਦੇਵ ਜੀ ਦਾ। ਫਿਰ ਉਸ ਤੋਂ ਬਾਅਦ ਸੋ ਪੁਰਖ ਦੇ ਸਿਰਲੇਖ ਹੇਠ ਪਹਿਲੇ 2 ਸ਼ਬਦ ਗੁਰੂ ਰਾਮਦਾਸ ਜੀ ਦੇ ਹਨ, ਚੌਥੇ ਪਾਤਸ਼ਾਹ ਜੀ ਦੇ, ਫਿਰ ਇੱਕ ਸ਼ਬਦ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਜੀ ਦਾ, ਤੇ ਅਖੀਰਲਾ ਜਿਹੜਾ 5ਵਾਂ ਸ਼ਬਦ ਹੈ ਉਹ ਗੁਰੂ ਅਰਜਨ ਦੇਵ ਜੀ ਦਾ। ਕਹਿਣ ਤੋਂ ਭਾਵ ਕਿ ਕੁੱਲ 9 ਸ਼ਬਦ ਹਨ, ਜਿਨ੍ਹਾਂ ਵਿੱਚੋਂ 5 ਸ਼ਬਦ ਸੋਧਰ ਸਿਰਲੇਖ ਹੇਠ ਆਉਂਦੇ ਆ, ਤੇ ਜਿਹੜੇ 4 ਸ਼ਬਦ ਆ ਉਹ ਸੋ ਪੁਰਖ ਦੇ ਸਿਰਲੇਖ ਹੇਠ ਆਉਂਦੇ ਆ। ਸੋ ਆਪਾਂ ਇਸ ਬਾਣੀ ਦੀ ਆਰੰਭਤਾ ਕਰਨ ਤੋਂ ਪਹਿਲਾਂ ਇਹ ਗੱਲ ਜਾਣ ਲਈਏ ਕਿ ਰਹਿਰਾਸ ਸ਼ਬਦ ਦੇ ਅਰਥ ਕੀ ਆ। ਰਹਿਰਾਸ ਸਾਹਿਬ ਦੇ ਜਿਹੜੇ ਅਰਥ ਹਨ, ਜਦੋਂ ਆਪਾਂ ਅਰਥ ਵਿਚਾਰਦੇ ਹਾਂ, ਬੇਨਤੀ ਹੈ ਕਿ ਸਕਰੀਨ ਦੇ ਉੱਤੇ ਕਿਰਪਾ ਕਰਕੇ ਕੁਝ ਲਿਖੋ ਨਾ। ਆਪ ਜੀ ਨੇ ਸਕਰੀਨ ਤੇ ਕਿਸੇ ਨੇ ਕੁਝ ਲਿਖ ਦਿੱਤਾ, ਮੈਨੂੰ ਦੁਬਾਰਾ ਫੇਰ ਕੱਟ ਕਰਕੇ ਦੁਬਾਰਾ ਲਾਉਣਾ ਪੈਣਾ। ਇਹ ਬੇਨਤੀ ਆਪ ਜੀ ਜਿਹੜੀ ਆ ਉਹ ਜ਼ਰੂਰ ਧਿਆਨ 'ਚ ਰੱਖਿਆ ਕਰੋ ਕਿ ਸਕਰੀਨ ਦੇ ਉੱਤੇ ਕਿਰਪਾ ਕਰਕੇ ਟੱਚ ਨਾ ਕਰਿਆ ਕਰੋ, ਕਿਉਂਕਿ ਫਿਰ ਪਤਾ ਨਹੀਂ ਲੱਗਦਾ ਜੋ ਬਾਣੀ ਆ ਰਹੀ ਹੁੰਦੀ ਹੈ ਉਹਦੇ ਉੱਤੇ ਜਦੋਂ ਆਪਾਂ ਲਿਖ ਦਿੰਦੇ ਹਾਂ ਤੇ ਫਿਰ ਉਹ ਵਿਸ਼ਰਾਮ ਦਾ ਪਤਾ ਨਹੀਂ ਲੱਗਦਾ। ਸੋ ਰਹਿਰਾਸ ਸ਼ਬਦ ਦੇ ਅਰਥ ਹਨ ਰਸਤੇ ਦੀ ਪੂੰਜੀ, ਰਾਸ ਦਾ ਅਰਥ ਹੁੰਦਾ ਹੈ ਪੂੰਜੀ, ਧਨ ਪਦਾਰਥ, ਤੇ ਰਹਿ ਦਾ ਅਰਥ ਹੁੰਦਾ ਰਸਤਾ, ਜੋ ਰਸਤੇ ਦੀ ਰਾਹ ਦੀ ਪੂੰਜੀ ਹੁੰਦੀ ਆ ਉਹਨੂੰ ਰਹਿਰਾਸ ਕਹਿੰਦੇ ਆ। ਉਂਝ ਇਸ ਬਾਣੀ ਨੂੰ ਪਿਆਰ ਦੇ ਨਾਲ ਅਸੀਂ ਰਹਿਰਾਸ ਸ਼ਬਦ ਵਰਤਦੇ ਹਾਂ ਕਿ ਇਹ ਸਾਡੇ ਰਸਤੇ ਦੀ ਪੂੰਜੀ ਹੈ, ਕਿਉਂਕਿ ਇਸ ਬਾਣੀ ਦੇ ਨਾਲ ਵਿੱਚ ਅਸੀਂ ਅਕਾਲ ਪੁਰਖ ਦੇ ਨਾਲ ਸਿੱਧੀਆਂ ਗੱਲਾਂ ਜਿਹੜੀਆਂ ਉਹ ਕਰਦੇ ਹਾਂ। ਜਿਵੇਂ ਤੂੰ ਕਰਤਾ ਸਚਿਆਰ ਮੈਡਾ ਸਾਈਂ ਪੜ੍ਹਦੇ ਆ ਨਾ ਆਪਾਂ, ਉਹ ਸਿੱਧੀ ਤੂੰ ਕਿਹਨੂੰ ਸੰਬੋਧਨ ਹੈ, ਇੱਕ ਵਚਨ ਉਸ ਅਕਾਲ ਪੁਰਖ ਨੂੰ ਸਿੱਧਾ ਸੰਬੋਧਨ ਹੋ ਕੇ ਆਪਾਂ ਕਰਦੇ ਹਾਂ। ਸੁਣ ਵੱਡਾ ਆਖੇ ਸਭ ਕੋਏ, ਕਿ ਉੜ ਵੱਡਾ ਡੀਠਾ ਹੋਏ,
ਆਖਾਂ ਜੀਵਾਂ ਵਿਸਰੇ ਮਰ ਜਾਊਂ, ਇਹ ਵੀ ਉਹਨੂੰ ਸੰਬੋਧਨ ਹੋ ਗਏ ਆ। ਇਸ ਕਰਕੇ ਇਹ ਜਿਹੜੀ ਆ ਸਾਡੇ ਰਸਤੇ ਦੀ ਪੂੰਜੀ ਹੈ, ਉਹਨੂੰ ਅਸੀਂ ਗਾਉਂਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਹੈ। ਇਸ ਜੀਵਨ ਰੂਪੀ ਰਸਤਾ ਹੈ ਸਾਡਾ, ਜਿਹੜਾ ਅਸੀਂ ਜੀਵਨ ਬਤੀਤ ਕਰਦੇ ਹਾਂ ਸੰਸਾਰ ਦੇ ਉੱਤੇ। ਇਸ ਜੀਵਨ ਨੂੰ ਬਤੀਤ ਕਰਦੇ ਹੋਏ, ਇਸ ਜੀਵਨ ਦੇ ਰਸਤੇ ਤੇ ਚੱਲਦੇ ਹੋਏ ਅਸੀਂ ਉਸ ਅਕਾਲ ਪੁਰਖ ਦਾ ਜਿਹੜਾ ਨਾਮ ਹੈ, ਜੋ ਨਾਮ ਦਾ ਧਨ ਹੈ, ਉਹਨੂੰ ਅਸੀਂ ਜਿਹੜਾ ਇਕੱਠਾ ਕਰਨਾ ਹੈ। ਉਹ ਇਕੱਠਾ ਕਰਨ ਵਾਸਤੇ ਅਸੀਂ ਸੰਸਾਰ ਤੇ ਆਏ ਹਾਂ। ਤੇ ਇਹ ਜਿਹੜੀ ਰਹਿ ਰਾਸ ਹੈ, ਉਹੀ ਨਾਮ ਦਾ ਖਜ਼ਾਨਾ ਸਾਨੂੰ ਬਖਸ਼ਿਸ਼ ਕਰਦੀ ਹੈ। ਇਸ ਕਰਕੇ ਇਹ ਜਿਹੜਾ ਰਹਿ ਰਾਸ ਸ਼ਬਦ ਹੈ ਦੇ ਇਹ ਅਰਥ ਬਣਦੇ ਆ। ਤੇ ਪੰਥ ਨੇ ਬੜੇ ਪਿਆਰ ਦੇ ਨਾਲ ਇਸ ਸ਼ਾਮ ਦੀ ਜਿਹੜੀ ਬਾਣੀ ਹੈ, ਸੋ ਦਰ ਤੇ ਸੋ ਪੁਰਖ ਦੇ ਸਿਰਲੇਖ ਹੇਠ ਇਹਨੂੰ ਰਹਿ ਰਾਸ ਦਾ ਨਾਮ ਜਿਹੜਾ ਉਹ ਦਿੱਤਾ ਹੈ। ਇਹਦੇ ਨਾਲ ਹੀ ਮੈਂ ਦੱਸ ਜਾਵਾਂ ਕਿ ਇਹ ਜਿਹੜੀ ਬਾਣੀ ਹੈ ਰਹਿ ਰਾਸ ਸਾਹਿਬ ਦੀ, ਇਹਦੇ ਵਿੱਚ ਇਹਦੇ ਨਾਲ ਸੰਬੰਧਿਤ ਜਿਵੇਂ ਇਸ ਤੋਂ ਪਹਿਲਾਂ 2 ਸ਼ਬਦ ਸਨ। ਇੱਕ ਹਰ ਜੁਗ ਜੁਗ ਭਗਤੋ ਪਾਇਆ, ਤੇ ਫਿਰ ਆਸਾ ਮਹੱਲਾ ਪਹਿਲਾ। ਸ਼ਬਦ ਭੁੱਲ ਗਿਆ ਮੈਨੂੰ, ਵਾਹਿਗੁਰੂ। ਹਾਂਜੀ, 2 ਸ਼ਬਦ ਹਨ ਜਿਹੜੇ ਪਹਿਲੇ, ਉਹ ਮੈਂ ਦੱਸ ਜਾਵਾਂ ਕਿ ਇਹ ਜਿਹੜੇ 2 ਸ਼ਬਦ ਹਨ, ਇਹ ਦਰਬਾਰ ਸਾਹਿਬ ਪੜ੍ਹੇ ਜਾਂਦੇ ਆ, ਗਾਇਨ ਕੀਤੇ ਜਾਂਦੇ ਆ। ਇਹ ਰਹਿ ਰਾਸ ਦੇ ਸ਼ਬਦ ਨਹੀਂ ਹਨ। ਰਹਿ ਰਾਸ ਦੀ ਆਰੰਭਤਾ ਇੱਥੋਂ ਹੀ ਹੁੰਦੀ ਹੈ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਥੋਂ ਰਹਿ ਰਾਸ ਦੀ ਆਰੰਭਤਾ ਹੁੰਦੀ ਹੈ। ਉਹ ਕਿਉਂ ਗਾਏ ਜਾਂਦੇ ਆ? ਕਿਉਂਕਿ ਰਾਗੀ ਸਿੰਘ ਕਿਸੇ ਹੋਰ ਰਾਗ ਦਾ ਗਾਇਨ ਕਰ ਰਹੇ ਹੁੰਦੇ ਆ, ਤੇ ਕਿਸੇ ਹੋਰ ਰਾਗ ਦਾ ਗਾਇਨ ਕਰਦਿਆਂ ਫਿਰ ਉਹ ਵਾਪਸ ਆਸਾ ਰਾਗ ਦੇ ਵਿੱਚ ਆਉਂਦੇ ਆ। ਤੇ ਆਸਾ ਰਾਗ ਦਾ ਮਾਹੌਲ ਬਣਾਉਣ ਵਾਸਤੇ ਉਹ ਸ਼ਬਦ ਉਚਾਰਨ ਕੀਤਾ ਜਾਂਦਾ ਹੈ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸ਼ਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਪਿਆ। ਇਹ ਜਿਹੜੇ 2 ਸ਼ਬਦ ਆ, ਇਹ ਆਸਾ ਰਾਗ ਦਾ ਮਾਹੌਲ ਬਣਾਉਣ ਵਾਸਤੇ ਗਾਇਨ ਕੀਤੇ ਜਾਂਦੇ। ਜਦੋਂ ਆਪ ਜੀ ਸੰਗੀਤ ਸਰਵਣ ਕਰੋਗੇ, ਸੰਗੀਤ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿਹੜੇ ਗਾਉਣ ਵਾਲੇ ਹੁੰਦੇ ਆ, ਰਾਗ ਗਾਇਨ ਕਰਨ ਵਾਲੇ, ਸ਼ਾਸਤਰੀ ਸੰਗੀਤ ਵਾਲੇ, ਉਹ ਕੀ ਕਰਦੇ ਆ ਕਿ ਰਾਗ ਦਾ ਮਾਹੌਲ ਸਿਰਜਣ ਵਾਸਤੇ ਉਸ ਤੋਂ ਪਹਿਲਾਂ ਉਸ ਰਾਗ ਨੂੰ ਵਜਾਉਂਦੇ ਆ, ਸਿਰਫ ਵਜਾਉਂਦੇ ਆ, ਵਜਾ ਕੇ ਤੇ ਉਸ ਰਾਗ ਦਾ ਮਾਹੌਲ ਸਿਰਜਦੇ ਆ। ਫਿਰ ਰਾਗ ਦਾ ਮਾਹੌਲ ਸਿਰਜਣ ਤੋਂ ਬਾਅਦ ਫਿਰ ਉਸ ਰਾਗ ਦੇ ਵਿੱਚੋਂ ਕੋਈ ਸ਼ਬਦ ਜਾਂ ਕੋਈ ਵੀ ਜੋ ਵੀ ਆਪਣਾ ਆਰੰਭ ਕਰਨਾ ਹੈ, ਜੋ ਵੀ ਪੇਸ਼ਕਾਰੀ ਕਰਨੀ ਹੈ, ਫਿਰ ਉਹ ਪੇਸ਼ਕਾਰੀ ਕਰਦੇ। ਤੇ ਸਤਿਗੁਰਾਂ ਨੇ ਸਾਨੂੰ ਜਿਹੜਾ ਹੈ ਰਾਗ ਦਾ ਮਾਹੌਲ ਬਣਾਉਣ ਵਾਸਤੇ ਵੀ ਇਹੀ ਕਿਹਾ ਕਿ ਸ਼ਬਦ ਦੀ ਪ੍ਰਧਾਨਤਾ ਚਾਹੀਦੀ ਹੈ। ਇਸ ਕਰਕੇ ਰਾਗੀ ਸਿੰਘ ਸ਼ਬਦ ਦੀ ਪ੍ਰਧਾਨਤਾ ਨੂੰ ਮੁੱਖ ਰੱਖ ਕੇ ਇਹ 2 ਸ਼ਬਦ ਜਿਹੜੇ ਗਾਉਂਦੇ, ਹਰ ਜੁਗ ਜੁਗ ਭਗਤੋ ਪਾਇਆ ਵਾਲਾ, ਇਸ ਤੋਂ ਬਾਅਦ ਜਿਹੜਾ ਸ਼ਲੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਪਿਆ ਵਾਲਾ। ਉਹ ਜਦੋਂ ਗਾਇਨ ਹੁੰਦੇ ਆ, ਫਿਰ ਉਸ ਤੋਂ ਬਾਅਦ ਮਾਹੌਲ ਬਣ ਜਾਂਦਾ ਆਸਾ ਰਾਗ ਦਾ। ਫਿਰ ਆਸਾ ਰਾਗ ਦੀ ਚੌਂਕੀ ਆਰੰਭ ਹੁੰਦੀ ਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸੋ ਦਰ ਤੇਰਾ ਕਿਹਾ। ਇੱਥੋਂ ਫਿਰ ਜਿਹੜੀ ਹੈ ਸੋ ਦਰ ਦੀ ਚੌਂਕੀ ਦੀ ਆਰੰਭਤਾ ਹੁੰਦੀ। ਸੋ ਆਪ ਜੀ ਨੂੰ ਇਸ ਗੱਲ ਦਾ ਮੈਨੂੰ ਲੱਗਦਾ ਕਲੀਅਰ ਹੋ ਹੀ ਗਿਆ ਹੋਵੇਗਾ ਜੋ ਮੈਂ ਗੱਲ ਕਹੀ ਹੈ, ਕਿ ਇਹ ਜਿਹੜੇ 2 ਸ਼ਬਦ ਹਨ, ਇਹ ਆਸਾ ਰਾਗ ਦਾ ਮਾਹੌਲ ਸਿਰਜਣ ਵਾਸਤੇ ਗਾਇਨ ਕੀਤੇ ਜਾਂਦੇ ਆ। ਇਸ ਤੋਂ ਅੱਗੇ ਆ ਜਾਓ। ਫਿਰ ਜਿਹੜੀ ਹੈ ਪੰਥ ਦੇ ਵਿੱਚ ਰਹਿ ਰਾਸ ਨੂੰ ਲੈ ਕੇ ਜਿਹੜੀਆਂ ਕਾਫੀ ਧਾਰਨਾਵਾਂ ਹਨ, ਵੱਖ-ਵੱਖ ਸੰਪਰਦਾਵਾਂ ਦੇ ਆਪਣੇ ਆਪਣੇ ਪਾਠ ਹਨ। ਖਾਸ ਕਰਕੇ ਚੌਪਈ ਸਾਹਿਬ ਦੇ ਵਿੱਚ ਵੀ ਕਾਫੀ ਲੰਬੇਰੀ ਲੈ ਜਾਂਦੇ ਕਈ ਚੌਪਈ। ਫਿਰ ਉਸ ਤੋਂ ਬਾਅਦ ਅਖੀਰ ਦੇ ਉੱਤੇ ਜਿਹੜਾ ਹੈ ਸ਼ਬਦ, ਜਿਹੜਾ ਹੈ ਮੁੰਦਾਵਣੀ ਸ਼ਲੋਕ ਤੋਂ ਬਾਅਦ ਵੀ ਸ਼ਬਦ ਪੜ੍ਹੇ ਜਾਂਦੇ ਆ। ਸੋ ਉਹਦੀ ਕੋਈ ਮਨਾਹੀ ਨਹੀਂ ਹੈ, ਜਿਹਨੇ ਜਿਸ ਨੇ ਪੜ੍ਹਨੇ ਆ ਉਹ ਪੜ੍ਹ ਸਕਦਾ ਹੈ, ਕਿਉਂਕਿ ਗੁਰਬਾਣੀ ਹੈ। ਗੁਰਬਾਣੀ ਪੜ੍ਹਨ ਦੀ ਮਨਾਹੀ ਨਹੀਂ ਅਸੀਂ ਕਰ ਸਕਦੇ। ਗੁਰਬਾਣੀ ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਵੇ, ਕੋਈ ਗੱਲ ਨਹੀਂ। ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਇਹਦੀ ਕੋਈ ਮਨਾਹੀ ਨਹੀਂ ਹੈ। ਪਰ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜੋ ਰਹਿ ਰਾਸ ਪ੍ਰਮਾਣਿਤ ਕੀਤੀ ਗਈ ਹੈ, ਦਾਸ ਉਸ ਰਹਿ ਰਾਸ ਦੀ ਹੀ ਸੰਥਿਆ ਆਪ ਜੀ ਦੇ ਨਾਲ ਸਾਂਝੀ ਕਰੇਗਾ। ਇਹ ਆਪ ਜੀ ਨੇ ਬੇਨਤੀ ਸਵੀਕਾਰ ਕਰਨੀ ਕਿ ਜੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਰਹਿ ਰਾਸ ਸਾਹਿਬ ਦੀ ਬਾਣੀ ਨਿਰਧਾਰਿਤ ਕੀਤੀ ਗਈ ਹੈ, ਦਾਸ ਉਸੇ ਹੀ
ਗੁਰਬਾਣੀ ਦਾ, ਉਸੇ ਹੀ ਰਹਿਰਾਸ ਸਾਹਿਬ ਦਾ ਪਾਠ, ਉਸੇ ਦੀ ਸੰਥਿਆ ਆਪ ਜੀ ਨਾਲ ਸਾਂਝੀ ਕਰੇਗਾ। ਹਾਂ, ਜਦੋਂ ਸ਼ਬਦ ਅੱਗੇ ਆਉਣਗੇ ਆਪਾਂ ਹੋਰ ਬਾਣੀਆਂ ਪੜਾਂਗੇ, ਉਹਨਾਂ ਦੇ ਵਿੱਚ ਜਿੰਨੇ ਵੀ ਸ਼ਬਦ ਆਉਣਗੇ ਆਪਾਂ ਉਹਨਾਂ ਦੀ ਵਿਚਾਰ ਤੇ ਉਹਨਾਂ ਦੇ ਜਿਵੇਂ ਵੀ ਹੋਇਆ ਸੰਥਿਆ ਉਹਨਾਂ ਦੀ ਜ਼ਰੂਰ ਕਰਾਂਗੇ। ਪਰ ਰਹਿਰਾਸ ਨੂੰ ਮੁੱਖ ਰੱਖਦਿਆਂ ਹੋਇਆਂ ਸੋਧਦਾਰ ਦਾ ਸ਼ਬਦ ਜਿਹੜਾ ਆਪ ਜੀ ਦੀ ਸਕਰੀਨ ਤੇ ਆ ਰਿਹਾ ਹੈ, ਉਹ ਮੈਂ ਆਪ ਜੀ ਨਾਲ ਸਾਂਝਾ ਕਰਕੇ ਫਿਰ ਅੱਗੇ ਜਾਵਾਂ। ਆਪ ਜੀ ਨੂੰ ਪਤਾ ਹੈ, ਮੈਂ ਉਸ ਦਿਨ ਬੇਨਤੀ ਕੀਤੀ ਸੀ ਜਦੋਂ ਇਹ ਸ਼ਬਦ ਜਪਜੀ ਸਾਹਿਬ ਦੇ ਵਿੱਚ ਆਇਆ ਸੀ, ਉਸ ਸਮੇਂ ਵੀ ਮੈਂ ਆਪ ਜੀ ਨਾਲ ਇਹ ਬੇਨਤੀ ਕੀਤੀ ਸੀ ਕਿ 3 ਤਰ੍ਹਾਂ ਦੇ ਨਾਲ ਇਹ ਜਿਹੜਾ ਸ਼ਬਦ ਹੈ ਆਉਂਦਾ ਹੈ ਗੁਰਬਾਣੀ ਦੇ ਵਿੱਚ। ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਵਿੱਚ, ਫਿਰ ਉਸ ਤੋਂ ਬਾਅਦ ਇਹ ਦੂਸਰੀ ਜਗ੍ਹਾ ਰਹਿਰਾਸ ਸਾਹਿਬ ਦੇ ਵਿੱਚ ਸੋਧਰ ਸਰਲੇਖ ਨਾਲ, ਫਿਰ ਇਹ ਤੀਸਰੀ ਜਗ੍ਹਾ ਦੇ ਉੱਤੇ ਆਸਾ ਰਾਗ ਦੇ ਵਿੱਚ ਆਉਂਦਾ ਹੈ। ਭਾਵ 3 ਤਰ੍ਹਾਂ ਦੇ ਨਾਲ ਇਹ ਸ਼ਬਦ ਜਿਹੜਾ ਹੈ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ, ਤੇ ਥੋੜੇ ਥੋੜੇ ਫਰਕ ਦੇ ਨਾਲ, ਜ਼ਿਆਦਾ ਫਰਕ ਨਹੀਂ ਹੈ, ਥੋੜੇ ਥੋੜੇ ਫਰਕ ਦੇ ਨਾਲ ਜਿਹੜਾ ਇਹ ਸ਼ਬਦ ਦਿੱਤਾ ਗਿਆ ਹੈ, ਉਹਦੇ ਨਾਲ ਹੀ ਇਹਦੇ ਅਰਥਾਂ ਦੀ ਗੱਲ ਕਰੀਏ ਤੇ ਅਰਥ ਬਿਲਕੁਲ ਸੇਮ ਹਨ। ਜੋ ਸਤਿਗੁਰਾਂ ਨੇ ਜਪਜੀ ਸਾਹਿਬ ਚ ਅਰਥ ਸਨ, ਜੋ ਆਪਾਂ ਆਪ ਜੀ ਨੇ ਸਰਵਣ ਕੀਤੇ ਆ, ਉਹੀ ਸੇਮ ਅਰਥ ਦਿੱਤੇ ਹਨ, ਪਰ ਪਾਠ ਦਾ ਭੇਦ ਹੈ। ਪਾਠ ਦਾ ਭੇਦ ਆਪਾਂ ਵਿਚਾਰਾਂਗੇ, ਅਰਥ ਵੀ ਆਪਾਂ ਨਾਲ ਨਾਲ ਇੱਕ ਵਾਰੀ ਫਿਰ ਜਿਹੜੇ ਉਹ ਕਰ ਜਾਂਦੇ ਆ ਤਾਂ ਕਿ ਹੋਰ ਸੰਗਤ ਨੂੰ ਕਲੀਅਰ ਹੋ ਜਾਣ ਇਸ ਦੇ ਅਰਥ। ਸੋ ਮੈਂ ਆਰੰਭਤਾ ਕਰਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹੈ ਸੋ ਦਰ ਦੇ ਪਹਿਲੇ ਸ਼ਬਦ ਦੇ ਅੰਦਰ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਵਾਹਿਗੁਰੂ। ਹਾਂਜੀ, ਸਤਿਗੁਰੂ ਬਖਸ਼ਿਸ਼ ਕਰਦੇ ਆ, ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਥੋਂ ਆਰੰਭ ਕਰਦੇ ਹਾਂ ਜੀ। ਸੋ ਦਰ ਸਰਲੇਖ ਹੈ, ਉਸ ਅਕਾਲ ਪੁਰਖ ਦਾ ਦਰ। ਰਾਗ ਆਸਾ, ਆਸਾ ਰਾਗ ਹੈ। ਮਹੱਲਾ ਪਹਿਲਾ, ਇਹ ਤਾਂ ਰੁਕ ਕੇ ਪੜਨਾ ਹੈ ਆਪਾਂ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇਸ ਤਰ੍ਹਾਂ ਕਰਕੇ ਆਪਾਂ ਪੜਨਾ ਹੈ ਜੀ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇਹਨੂੰ ਇਕੱਠਾ ਨਹੀਂ ਪੜਨਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ ਏਦਾਂ ਨਹੀਂ ਪੜਨਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਦੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕੋ ਅਦੁੱਤੀ ਅਕਾਲ ਪੁਰਖ ਪਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ। ਸਤਿਗੁਰ ਬਖਸ਼ਿਸ਼ ਕਰਦੇ ਆ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਸਤਿਗੁਰਾਂ ਨੇ ਤੇ ਅਚਰਜ ਦਿੱਤਾ ਕਿ ਵਾਹ ਅਕਾਲ ਪੁਰਖ ਜੀ, ਆਪ ਜੀ ਦਾ ਦਰ ਬੜਾ ਅਚਰਜ ਹੈ। ਕਿਹਾ ਆਪਾਂ ਜਿਵੇਂ ਕਹਿੰਦੇ ਆ ਨਾ ਕਿ ਵਾਹ ਕਿਆ ਬਾਤ ਹੈ, ਉਹ ਸਤਿਗੁਰਾਂ ਨੇ ਅਚਰਜਤਾ ਦਿੱਤੀ। ਵਾਹ ਅਕਾਲ ਪੁਰਖ ਤੇਰਾ ਦਰ ਕਿਹੋ ਜਿਹਾ ਹੈ, ਕਿੱਡਾ ਸੁੰਦਰ ਹੈ, ਕਿੰਨਾ ਅਚਰਜ ਹੈ। ਸੋ ਦਰ ਤੇਰਾ ਕਿਹਾ, ਉੱਥੇ ਸ਼ਬਦ ਸਿੱਧਾ ਹੀ ਹੈ, ਸੋ ਦਰ ਕਿਹਾ ਸੋ ਘਰ ਕਿਹਾ, ਪਰ ਇੱਥੇ ਤੇਰਾ ਸ਼ਬਦ ਵਰਤਿਆ ਹੈ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਜਿਸ ਜਗ੍ਹਾ ਦੇ ਉੱਤੇ ਉਹ ਅਕਾਲ ਪੁਰਖ ਬੈਠ ਕੇ ਜਿਹੜਾ ਹੈ ਸਾਰਿਆਂ ਦੀ ਸਾਂਭ ਸੰਭਾਲ ਕਰ ਰਿਹਾ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਅਨੇਕਾਂ ਹੀ ਨਾਦ ਜਿਹੜੇ ਉਹ ਵੱਜ ਰਹੇ ਆ, ਅਸੰਖਾਂ ਹੀ। ਕੀਤੇ ਤੇਰੇ ਵਾਵਣ ਹਾਰੇ, ਤੇ ਕੀਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ, ਤੇ ਕਿੰਨੇ ਹੀ ਉਹਨਾਂ ਰਾਗਾਂ ਨੂੰ ਵਜਾਉਣ ਵਾਲੇ ਹਨ। ਕਿ ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਵਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਉੱਥੇ ਸ਼ਬਦ ਕਹੀਆਂ ਸੀ, ਇੱਥੇ ਹੁਣ ਸ਼ਬਦ ਕਹੀ ਹੈ ਆ। ਕੀਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕੀਤੇ ਤੇਰੇ ਗਾਵਣ ਹਾਰੇ। ਅਨੇਕਾਂ ਹੀ ਰਾਗ ਹਨ ਜਿਹੜੇ ਉਹਨੂੰ ਪਰਮਾਤਮਾ ਨੂੰ ਗਾ ਰਹੇ ਆ ਆਪਣੀਆਂ ਰਾਗਨੀਆਂ ਦੇ ਸਮੇਤ, ਤੇ ਕੀਤੇ ਹੀ ਉਹਨਾਂ ਨੂੰ ਗਾਉਣ ਵਾਲੇ ਰਾਗੀ ਹਨ ਜਿਹੜੇ ਉਹਨਾਂ ਰਾਗਾਂ ਨੂੰ ਗਾ ਰਹੇ ਹਨ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਉੱਥੇ ਸ਼ਬਦ ਤੋਹਨੋ ਸੀ, ਇੱਥੇ ਤੁਧਨੋ ਆ ਗਿਆ। ਇਹ ਫਰਕ ਹੈ ਪਾਠਾਂ ਦਾ। ਆਪ ਜੀ
ਜਪਜੀ ਸਾਹਿਬ ਤੇ ਇਹਨਾਂ ਪਾਠ ਇਸ ਰਹਿਰਾਸ ਸਾਹਿਬ ਦੇ ਪਾਠ ਨੂੰ ਜਿਹੜਾ ਹੈ ਉਹ ਇਸ ਭੇਦ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨਾ ਕਿ ਹੇ ਵਾਹਿਗੁਰੂ ਜੀ, ਤੈਨੂੰ ਗਾਉਂਦੇ ਹਨ ਪਵਨ ਪਾਣੀ ਬੈ ਸੰਤਰ, ਤੈਨੂੰ ਹਵਾ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਅਗਨੀ ਗਾ ਰਹੀ ਹੈ, ਗਾਵੇ ਰਾਜਾ ਧਰਮ ਦੁਆਰੇ। ਤੇ ਤੈਨੂੰ ਧਰਮ ਰਾਜਾ ਜਿਹੜਾ ਹੈ ਉਹ ਗਾ ਰਿਹਾ ਤੇਰੀ ਉਸਤਤੀ। ਅਕਾਲ ਪੁਰਖ ਜੀ ਤੇਰੇ ਦਰ ਤੇ ਖੜ ਕੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਬੱਬੇ ਨੂੰ ਬਿਹਾਰੀ ਪੂਰੀ ਬੋਲਣੀ ਹੈ, ਵਿਚਾਰੇ। ਕਿ ਵਾਹਿਗੁਰੂ ਆਪ ਜੀ ਨੂੰ ਗਾ ਰਹੇ ਹਨ ਚਿੱਤਰਗੁਪਤ ਜਿਹੜੇ ਮੰਨੇ ਗਏ ਆ, ਜਿਹੜੇ ਮਨੁੱਖ ਦਾ ਲੇਖਾ ਕਰਦੇ ਆ, ਉਹ ਚਿੱਤਰਗੁਪਤ ਵੀ ਆਪ ਜੀ ਨੂੰ ਗਾ ਰਹੇ ਆ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਜਿਹੜੇ ਲਿਖਦੇ ਹਨ, ਜਿਹੜੇ ਫਰਿਸ਼ਤੇ ਜਿਹੜੇ ਮਨੁੱਖਾਂ ਦੇ ਕਰਮਾਂ ਨੂੰ ਲਿਖਦੇ ਹਨ, ਉਹ ਵੀ ਤੈਨੂੰ ਗਾ ਰਹੇ ਆ, ਲਿਖ ਲਿਖ ਧਰਮ ਵਿਚਾਰੇ। ਤੇ ਉਹ ਜਿਹੜਾ ਧਰਮ ਰਾਜਾ ਹੈ ਉਹ ਵੀ ਲਿਖ ਲਿਖ ਕੇ ਤੇਰੇ ਗੁਣ ਗਾ ਰਹੇ ਆ। ਜਾਂ ਕਹਿ ਲਓ ਕਿ ਉਹ ਚਿੱਤਰਗੁਪਤ ਲਿਖ ਲਿਖ ਕੇ ਧਰਮ ਰਾਜੇ ਦੇ ਅੱਗੇ ਕਰਮ ਲਿਖ ਲਿਖ ਕੇ ਰੱਖੀ ਜਾਂਦੇ ਆ, ਤੇ ਉਹ ਕਰਮਾਂ ਨੂੰ ਵੇਖ ਕੇ ਤੇ ਉਹ ਧਰਮ ਰਾਜਾ ਵੀ ਤੈਨੂੰ ਗਾ ਰਿਹਾ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਤੈਨੂੰ ਗਾ ਰਿਹਾ ਈਸਰ ਸ਼ਿਵ ਬ੍ਰਹਮਾ ਤੈਨੂੰ ਗਾ ਰਿਹਾ ਹੈ, ਤੇ ਹੋਰ ਦੇਵੀਆਂ ਤੈਨੂੰ ਗਾ ਰਹੀਆਂ, ਸੋਹਣ ਤੇਰੇ ਸਦਾ ਸਵਾਰੇ। ਜਿਹੜੇ ਸੋ ਰਹੇ ਹਨ ਤੇਰੇ ਦਰ ਦੇ ਉੱਤੇ, ਜਿਨ੍ਹਾਂ ਨੂੰ ਤੂੰ ਸਵਾਰਿਆ ਹੈ, ਜਿਨ੍ਹਾਂ ਨੂੰ ਤੂੰ ਵਡਿਆਈ ਦਿੱਤੀ ਹੈ, ਉਹ ਸ਼ਿਵ ਜੀ ਬ੍ਰਹਮਾ ਵਰਗੇ ਵੀ ਤੈਨੂੰ ਗਾ ਰਹੇ ਹਨ। ਗਾਵਨ ਤੁਧਨੋ ਇੰਦਰਾਸਨ ਬੈਠੇ। ਵਾਹਿਗੁਰੂ ਜੀ, ਇੱਕ ਮਿੰਟ ਸਾਧ ਸੰਗਤ, ਕੋਈ ਨੈਟਵਰਕ ਦੀ ਪ੍ਰੋਬਲਮ ਆ ਗਈ ਫੇਰ। ਹਾਂਜੀ, ਗਾਵਨ ਤੁਧਨੋ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਵਾਹਿਗੁਰੂ ਜੀ ਤੈਨੂੰ ਗਾ ਰਹੇ ਹਨ ਇੰਦਰ। ਉੱਥੇ ਇੰਦਾਸਨ ਸ਼ਬਦ ਸੀ ਜਪਜੀ ਸਾਹਿਬ ਦੇ ਵਿੱਚ, ਇੱਥੇ ਇੰਦਰਾਸਨ ਪੈਰ ਦੇ ਵਿੱਚ ਰਾਰਾ ਆ ਗਿਆ ਕਿ ਉਸ ਅਕਾਲ ਪੁਰਖ ਨੂੰ ਕੌਣ ਗਾ ਰਿਹਾ? ਇੰਦਰਾਸਨ ਭਾਵ ਆਪਣੇ ਆਸਣ ਤੇ ਬੈਠਾ ਹੋਇਆ ਇੰਦਰ ਗਾ ਰਿਹਾ ਹੈ, ਤੇ ਹੋਰ ਦੇਵਤੇ ਜਿਹੜੇ ਉਹਦੇ ਦਰ ਤੇ ਖੜੇ ਆ। ਇੰਦਰ ਸਭ ਤੋਂ ਵੱਡਾ ਦੇਵਤਾ ਮੰਨਿਆ ਗਿਆ, ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਉਹ ਜਿਹੜਾ ਵੱਡਾ ਦੇਵਤਾ ਇੰਦਰ ਹੈ ਉਹ ਵੀ ਆਪਣੇ ਆਸਣ ਦੇ ਉੱਤੇ ਬੈਠਾ ਪ੍ਰਮਾਤਮਾ ਨੂੰ ਹੀ ਗਾ ਰਿਹਾ, ਤੇ ਉਹਦੇ ਦਰ ਦੇ ਉੱਤੇ ਜਿੰਨੇ ਹੋਰ ਦੇਵਤੇ ਉਹਦੇ ਆਸੇ ਪਾਸੇ ਖੜੇ ਆ ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ। ਗਾਵਨ ਤੁਧਨੋ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਗਾਵਨ ਤੁਧਨੋ, ਮੇਰੇ ਖਿਆਲ ਨਾਲ ਸਲਾਈਡ ਬਦਲਣ ਵਾਲੀ ਹੋਈ। ਹਾਂਜੀ, ਗਾਵਨ ਤੁਧਨੋ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਜਿਹੜੇ ਸਿੱਧ ਹਨ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਆ। ਗਾਵਨ ਤੁਧਨੋ ਸਾਧ ਵਿਚਾਰੇ, ਤੈਨੂੰ ਜਿਹੜੇ ਸਾਧ ਆ ਤੇਰੀ ਵਿਚਾਰ ਕਰਦੇ ਆ, ਵਿਚਾਰ ਕੇ ਤੈਨੂੰ ਗਾ ਰਹੇ ਆ। ਵਿਚਾਰੇ ਸ਼ਬਦ ਪੜ੍ਹਨਾ ਹੈ ਬਿਹਾਰੀ ਲਾ ਕੇ ਪੂਰੀ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਤੈਨੂੰ ਜਤੀ ਵੀ ਗਾ ਰਹੇ ਆ ਜਿਹੜੇ ਜਾਤ ਸਾਧ ਦੇ ਪੱਕੇ ਆ, ਸਤੀ ਵੀ ਗਾ ਰਹੇ ਆ, ਜਿਹੜੇ ਦਾਨੀ ਆ ਉਹ ਵੀ ਤੈਨੂੰ ਗਾ ਰਹੇ ਆ, ਸੰਤੋਖੀ ਜੀਵਨ ਵਾਲੇ ਵੀ ਤੈਨੂੰ ਵਾਹਿਗੁਰੂ ਗਾ ਰਹੇ ਆ। ਗਾਵਨ ਤੁਧਨੋ ਵੀਰ ਕਰਾਰੇ, ਤੇ ਜਿਹੜੇ ਯੋਧੇ ਹਨ, ਜਿਹੜੇ ਬਲੀ ਯੋਧੇ ਹਨ ਉਹ ਵੀ ਤੈਨੂੰ ਗਾ ਰਹੇ ਆ। ਕਰਾਰੇ ਦਾ ਅਰਥ ਤਕੜੇ, ਜਿਹੜੇ ਵੱਡੇ ਵੱਡੇ ਯੋਧੇ ਆ, ਤਕੜੇ ਤਕੜੇ ਯੋਧੇ ਆ, ਉਹ ਵੀ ਅਕਾਲ ਪੁਰਖ ਜੀ ਆਪ ਜੀ ਨੂੰ ਹੀ ਗਾ ਰਹੇ ਹਨ। ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਤੈਨੂੰ ਗਾ ਰਹੇ ਆ ਪੰਡਿਤ ਪੜ੍ਹਨ ਰਖੀਸੁਰ। ਰਖੀਸੁਰ ਇੱਥੇ ਉੱਥੇ ਰਖੀਸਰ ਸ਼ਬਦ ਆਇਆ ਸੀ, ਇੱਥੇ ਰਖੀਸੁਰ ਸ਼ਬਦ ਆਇਆ। ਰਖੀਸੁਰ ਭਾਵ ਰਿਸ਼ੀ ਤੈਨੂੰ ਗਾ ਰਹੇ ਆ, ਪੰਡਿਤ ਗਾ ਰਹੇ ਆ। ਜੁਗ ਜੁਗ ਵੇਦਾਂ ਨਾਲੇ, ਜੁਗਾਂ ਜੁਗਾਂ ਤੋਂ ਵੇਦਾਂ ਦੇ ਨਾਲ ਗਾ ਰਹੇ ਆ, ਵੇਦ ਪੜ੍ਹ ਪੜ੍ਹ ਕੇ ਤੈਨੂੰ ਗਾ ਰਹੇ ਆ, ਵੇਦਾਂ ਦੀ ਵਿਚਾਰ ਕਰ ਕਰਕੇ ਤੈਨੂੰ ਰਿਖੀ ਮੁਨੀ ਜਿਹੜੇ ਉਹ ਵੀ ਗਾ ਰਹੇ ਆ,
ਤੇ ਫਿਰ ਰਿਕੀਆਂ ਮੁਨੀਆਂ ਦੇ ਲਿਖੇ ਹੋਏ ਉਹ ਜਿਹੜੇ ਵੇਦ ਪੜ੍ਹਨ ਵਾਲੇ ਪੰਡਤ ਲੋਕ ਹਨ, ਉਹ ਵੀ ਇਹ ਅਕਾਲ ਪੁਰਖ ਜੀ ਆਪ ਜੀ ਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਵਾਹਿਗੁਰੂ ਜੀ ਆਪ ਜੀ ਨੂੰ ਸੁੰਦਰ ਇਸਤਰੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ ਹਨ, ਅਪਛਰਾਵਾਂ ਜਿਹੜੀਆਂ ਪਰੀਆਂ ਮੰਨੀਆਂ ਗਈਆਂ ਕਹਿ ਲਓ, ਉਹ ਵੀ ਆਪ ਜੀ ਨੂੰ ਹੀ ਗਾ ਰਹੀਆਂ। ਸੁਰਗ ਮੱਛ ਪਿਆਲੇ, ਇਹਨੂੰ ਵਾਹਿਗੁਰੂ ਜਿਹੜਾ ਹੈ ਪਤਾਲ ਲੋਕ ਵੀ ਗਾ ਰਿਹਾ ਹੈ, ਮਾਤ ਲੋਕ ਵੀ ਗਾ ਰਿਹਾ ਹੈ, ਤੇ ਸੁਰਗ ਲੋਕ ਜਿਹੜਾ ਵਹਿਸ਼ਤ ਵਿੱਚ ਰਹਿਣ ਵਾਲੀਆਂ ਪਰੀਆਂ ਹਨ, ਉਹ ਵੀ ਤੈਨੂੰ ਗਾ ਰਹੀਆਂ ਹਨ। ਸੁਰਗ ਮੱਛ, ਮੱਛ ਦਾ ਅਰਥ ਹੁੰਦਾ ਮਾਤ ਲੋਕ, ਤੇ ਪਿਆਲੇ ਪਤਾਲ ਲੋਕ, ਤੈਨੂੰ ਸਾਰੇ ਜਗ੍ਹਾ ਦੇ ਜੀਵ ਜਿਹੜੇ ਆ, ਕਹਿਣ ਤੋਂ ਭਾਵ ਕਿ ਉਹ ਤੈਨੂੰ ਅਕਾਲ ਪੁਰਖ ਜੀ ਆਪ ਜੀ ਨੂੰ ਹੀ ਗਾ ਰਹੇ ਹਨ। ਗਾਵਣ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਵਾਹਿਗੁਰੂ ਜੀ ਆਪ ਜੀ ਨੂੰ ਹੋਰ ਕੌਣ ਗਾ ਰਿਹਾ ਹੈ? ਰਤਨ, ਜਿੰਨੇ ਵੀ ਰਤਨ ਹਨ, 14 ਮੁਲਕ ਰਤਨ ਮੰਨੇ ਗਏ, ਉਹ ਰਤਨ ਵੀ ਤੈਨੂੰ ਹੀ ਗਾ ਰਹੇ ਆ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਜਿਹੜੇ ਤੂੰ ਪੈਦਾ ਕੀਤੇ ਆ, ਉਹ ਵੀ ਤੈਨੂੰ ਗਾ ਰਹੇ ਆ। 68 ਤੀਰਥ ਨਾਲੇ, ਤੇ ਨਾਲ ਹੀ 68 ਤੀਰਥ ਜਿਹੜੇ ਹਨ, ਉਹ ਤੀਰਥ ਵੀ ਤੈਨੂੰ ਹੀ ਗਾ ਰਹੇ ਹਨ। 68 ਤੀਰਥ ਨਾਲੇ ਭਾਵ ਅਕਾਲ ਪੁਰਖ ਨੂੰ 14 ਰਤਨ ਵੀ ਗਾ ਰਹੇ ਆ, ਜਿੰਨੇ ਉਹਨੇ ਉਪਾਏ ਆ ਰਤਨ, ਉਹ ਵੀ ਉਸ ਅਕਾਲ ਪੁਰਖ ਨੂੰ ਗਾ ਰਹੇ ਆ। ਫਿਰ ਉਹਦੇ ਨਾਲ ਹੀ 68 ਤੀਰਥ ਜਿਹੜੇ ਹਨ, ਉਹ ਵੀ ਉਸ ਅਕਾਲ ਪੁਰਖ ਨੂੰ ਹੀ ਗਾ ਰਹੇ ਆ, ਉਹਦਾ ਹੀ ਗੁਣਗਾਨ ਕਰ ਰਹੇ ਆ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਵਾਹਿਗੁਰੂ ਜੀ ਆਪ ਜੀ ਨੂੰ ਜੋਧੇ ਮਹਾਬਲੀ ਸੂਰਮੇ ਉਹ ਵੀ ਗਾ ਰਹੇ ਆ, ਤੇ ਨਾਲ ਹੀ ਗਾਵਣ ਤੁਧਨੋ ਖਾਣੀ ਚਾਰੇ। 4 ਖਾਣੀਆਂ ਹਨ, ਅੰਡਜ, ਜੇਰਜ, ਸੇਤਜ, ਉਤਪੁਜ। ਵਾਹਿਗੁਰੂ ਜੀ ਆਂਡਿਆਂ ਤੋਂ ਪੈਦਾ ਹੋਣ ਵਾਲੇ ਵੀ ਆਪ ਜੀ ਨੂੰ ਗਾ ਰਹੇ ਆ, ਫਿਰ ਜੇਰ ਤੋਂ ਪੈਦਾ ਹੋਣ ਵਾਲੇ ਵੀ ਆਪ ਜੀ ਨੂੰ ਗਾ ਰਹੇ ਆ, ਫਿਰ ਉਸ ਤੋਂ ਬਾਅਦ ਜਿਹੜੇ ਪਸੀਨੇ ਤੋਂ ਪੈਦਾ ਹੋਣ ਵਾਲੇ ਸੇਤਜ, ਉਹ ਵੀ ਆਪ ਜੀ ਨੂੰ ਗਾ ਰਹੇ ਆ, ਫਿਰ ਜਿਹੜੇ ਉਤਪੁਜ ਜਿਹੜੇ ਜ਼ਮੀਨ ਤੋਂ ਪੈਦਾ ਹੁੰਦੇ ਆ, ਉਹ ਵੀ ਅਕਾਲ ਪੁਰਖ ਜੀ ਆਪ ਜੀ ਨੂੰ ਹੀ ਗਾ ਰਹੇ ਆ। ਗਾਵਣ ਤੁਧਨੋ ਜੋਧ ਮਹਾਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। 4 ਖਾਣੀਆਂ ਉਸ ਅਕਾਲ ਪੁਰਖ ਨੂੰ ਹੀ ਗਾ ਰਹੀਆਂ ਹਨ, ਉਹਦਾ ਹੀ ਗੁਣਗਾਨ ਜਿਹੜਾ ਹੈ ਉਹ ਕਰ ਰਹੀਆਂ ਹਨ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਉੱਥੇ ਵਰਭੰਡਾ ਸ਼ਬਦ ਹੈ, ਇੱਥੇ ਬ੍ਰਹਮੰਡਾ ਸ਼ਬਦ ਆ ਗਿਆ। ਜਪਜੀ ਸਾਹਿਬ ਚ ਵਰਭੰਡਾ ਸ਼ਬਦ ਹੈ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਵਾਹਿਗੁਰੂ ਜੀ ਆਪ ਜੀ ਨੇ ਜਿੰਨੇ ਵੀ ਖੰਡ ਬਣਾਏ ਹੋਏ ਆ, ਜਿੰਨੇ ਵੀ ਮੰਡਲ ਸਾਜੇ ਹੋਏ ਆ, ਸੂਰਜ ਮੰਡਲ ਤੇ ਜਿੰਨੇ ਵੀ ਬ੍ਰਹਮੰਡ ਆਪ ਜੀ ਨੇ ਸਾਜੇ ਹੋਏ ਆ, ਉਹ ਜਿਨ੍ਹਾਂ ਨੂੰ ਤੁਸੀਂ ਟਿਕਾ ਕੇ ਰੱਖਿਆ, ਕਰ ਕਰ ਰੱਖੇ ਤੇਰੇ ਧਾਰੇ, ਜਿਨ੍ਹਾਂ ਨੂੰ ਤੂੰ ਟਕਾਇਆ ਹੋਇਆ। ਧਾਰੇ ਦਾ ਅਰਥ ਟਿਕਾਉਣਾ। ਜਿਸ ਬ੍ਰਹਮੰਡਾਂ ਨੂੰ, ਖੰਡਾਂ ਨੂੰ ਆਪ ਜੀ ਨੇ ਟਿਕਾਇਆ ਹੈ, ਉਹ ਵੀ ਆਪ ਜੀ ਨੂੰ ਹੀ ਗਾ ਰਹੇ ਹਨ, ਆਪ ਜੀ ਦਾ ਗੁਣਗਾਨ ਹੀ ਉਹ ਕਰ ਰਹੇ ਹਨ। ਸੇਈ ਤੁਧਨੋ ਗਾਵਨ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਵਾਹਿਗੁਰੂ ਜੀ ਆਪ ਜੀ ਨੂੰ ਉਹੀ ਗਾ ਸਕਦਾ ਹੈ। ਸੇਈ ਤੁਧਨੋ ਗਾਵਨ, ਜੋ ਤੁਧ ਭਾਵਨ, ਜੋ ਤੈਨੂੰ ਭਾਉਂਦਾ ਹੈ, ਜਿਹੜਾ ਤੇਰੇ ਮਨ ਨੂੰ ਭਾ ਗਿਆ, ਉਹੀ ਤੈਨੂੰ ਗਾਉਂਦਾ ਹੈ। ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਭਗਤ ਹਨ, ਉਹ ਤੇਰੇ ਪ੍ਰੇਮ ਵਿੱਚ ਰੰਗੇ ਹੋਏ ਤੈਨੂੰ ਗਾ ਰਹੇ ਹਨ। ਭਾਵ ਜਿਹੜੇ ਜੀਵ ਹਨ, ਜਿਹੜੇ ਜੀਵਾਂ ਦੇ ਉੱਤੇ ਉਹ ਪ੍ਰੇਮ ਦੇ ਨਾਲ ਕਿਰਪਾ ਕਰਦਾ ਹੈ, ਉਹੀ ਪ੍ਰੇਮ ਵਿੱਚ ਰੰਗ ਕੇ ਉਹਨੂੰ ਗਾ ਰਹੇ ਆ। ਤੇ ਸੇਈ ਤੁਧਨੋ ਗਾਵਣ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਭਗਤਾਂ ਨੂੰ ਰਸੇ ਹੋਏ ਹਨ, ਤੇਰੇ ਰੰਗ ਦੇ ਵਿੱਚ ਰੰਗੇ ਹੋਏ ਹਨ, ਤੈਨੂੰ ਗਾ ਰਹੇ ਹਨ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਣ। ਹੁਣ ਸਤਿਗੁਰਾਂ ਨੇ ਇੱਥੇ ਦੇਖੋ ਫੇਰ ਉਹੀ ਝੁਕਾਅ ਵਾਲੀ ਗੱਲ ਕਰ ਦਿੱਤੀ, ਅਕਾਲ ਪੁਰਖ ਦੇ ਅੱਗੇ ਸਮਰਪਣ ਵਾਲੀ ਗੱਲ, ਕਿ ਵਾਹਿਗੁਰੂ ਇਹਨਾਂ ਕੁਝ ਦੱਸਣ ਤੋਂ ਬਾਅਦ ਵੀ ਸਤਿਗੁਰਾਂ ਨੇ ਕਹਿ ਦਿੱਤਾ, ਵਾਹਿਗੁਰੂ ਜੀ ਹੋਰ ਕੇਤੇ ਤੁਧਨੋ ਗਾਵਨ, ਹੋਰ ਪਤਾ ਨਹੀਂ ਤੈਨੂੰ ਕਿੰਨੇ ਕੁ ਗਾ ਰਹੇ ਆ। ਸੇ ਮੈਂ ਚਿਤ ਨ ਆਵਣ, ਮੇਰੇ ਚਿੱਤ ਵਿੱਚ ਨਹੀਂ ਆ ਰਿਹਾ ਕਿ ਹੋਰ ਤੈਨੂੰ ਕਿੰਨੇ ਕੁ ਗਾ ਰਹੇ ਆ। ਨਾਨਕ ਕਿਆ ਵਿਚਾਰੇ, ਮੈਂ ਕੀ ਵਿਚਾਰ ਕਰ ਸਕਦਾ, ਸਤਿਗੁਰੂ ਕਹਿੰਦੇ
कि मैं की विचार देवां कि कौन कौन तेनों गा रहा है ते किन्ना किन्ना ते किस किस तरह गा रहा है, ये मैं कोई विचार नहीं दे सकता। गुरु नानक साहब जी ने इस पंक्ति च निम्रता दी जिहड़ी है सिखर दसी है कि उस अकाल पुरख नूं कौन गा रहा है, ये वो अकाल पुरख आप ही जानता है। सोई सोई सदा सच साहिब, वो अकाल पुरख परमात्मा सच्चा है, स्थिर रहन वाला है। सोई सोई सदा सच साहिब है, वो साचा साची नाई, ਉਹਦੀ ਵਡਿਆਈ ਵੀ ਸੱਚੀ ਹੈ। ਉਹਨੂੰ ਗਾਉਣ ਵਾਲੇ ਵੀ ਜਿਹੜੇ ਗਾਉਂਦੇ ਹਨ ਤੇ ਉਹਦੀਆਂ ਵਡਿਆਈਆਂ ਕਰਦੇ ਹਨ, ਉਹ ਜਿਹੜੀ ਵਡਿਆਈ ਗਾਉਂਦੇ ਹਨ ਉਹ ਵੀ ਸੱਚੀ ਹੈ। ਉਹ ਅਕਾਲ ਪੁਰਖ ਸਦੀਵੀ ਹੈ, ਸੱਚਾ ਹੈ, ਹੋਂਦ ਵਾਲਾ ਹੈ, ਉਹ ਸੱਤ ਹੈ ਤੇ ਉਹਦਾ ਨਾਮ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਹੈ ਭੀ ਭਾਵ ਹੁਣ ਵੀ ਉਹ ਸੱਚਾ ਹੈ, ਹੋਸੀ ਉਹ ਹੋਵੇਗਾ ਵੀ, ਅੱਗੇ ਵੀ ਸੱਚਾ ਹੋਵੇਗਾ। ਜਾਏ ਨਾ ਜਾਸੀ, ਉਹ ਜਾਂਦਾ ਨਹੀਂ ਕਿਤੇ, ਸਦਾ ਟਿਕਿਆ ਰਹਿਣ ਵਾਲਾ ਹੈ, ਸਦੀਵੀ ਸੱਚਾ ਹੈ। ਉਹ ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਜਿਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਉਹ ਅਕਾਲ ਪੁਰਖ ਜਿਹੜਾ ਹੈ ਉਹ ਪਹਿਲੋਂ ਵੀ ਸੱਚਾ ਸੀ, ਆਉਣ ਵਾਲੇ ਸਮੇਂ 'ਚ ਵੀ ਸੱਚਾ ਹੋਵੇਗਾ ਤੇ ਉਹ ਕਿਤੇ ਜਾਂਦਾ ਨਹੀਂ, ਉਹ ਸਦੀਵੀ ਹੈ। ਇਸ ਕਰਕੇ ਸਤਿਗੁਰਾਂ ਨੇ ਕਿਹਾ ਕਿ ਉਹਦੀ ਰਚਨਾ ਜਿਹੜੀ ਹੈ ਬਣਾਈ ਹੋਈ, ਤੇ ਇਹਨੂੰ ਰਚਨਾ ਨੂੰ ਬਣਾਉਣ ਵਾਲਾ ਜਿਹੜਾ ਉਹ ਸਦੀਵੀ ਸਥਿਰ ਹੈ, ਉਹ ਕਦੀ ਖਤਮ ਨਹੀਂ ਹੁੰਦਾ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਰੰਗਾ ਰੰਗਾਂ ਤਰ੍ਹਾਂ ਦੀ ਉਸ ਅਕਾਲ ਪੁਰਖ ਨੇ ਕਈ ਕਈ ਭਾਂਤੀ ਦਾ ਅਰਥ ਕਿਸਮਾਂ ਦੀ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਕਈ ਤਰ੍ਹਾਂ ਦੀ ਜਿਨਸ ਜਿਹੜੀ ਉਪਾਈ ਆ, ਤਰ੍ਹਾਂ ਤਰ੍ਹਾਂ ਦੇ ਜੀਵ ਬਣਾਏ ਉਹਨੇ ਇਸ ਪ੍ਰਿਥਵੀ ਤੇ, ਤਰ੍ਹਾਂ ਤਰ੍ਹਾਂ ਦੀਆਂ ਭਾਤੀਆਂ, ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਕਿਸਮਾਂ ਦੇ ਜੀਵ ਇਸ ਜਗ੍ਹਾ ਦੇ ਉੱਤੇ ਬਣਾਏ ਆ, ਉਸ ਅਕਾਲ ਪੁਰਖ ਨੇ ਮਾਇਆ ਜਿਨ ਉਪਾਈ, ਜਿਹਨੇ ਇਹ ਸਾਰੀ ਮਾਇਆ ਉਪਾਈ ਹੈ। ਸਾਰੇ ਜੀਵ ਬਣਾ ਕੇ ਤੇ ਆਪਣੀ ਮਾਇਆ ਦੀ ਖੇਡ ਸਾਰਿਆਂ ਦੇ ਵਿੱਚ ਵਰਤਾ ਦਿੱਤੀ ਉਸ ਅਕਾਲ ਪੁਰਖ ਨੇ। ਮਾਇਆ ਜਿਨ ਉਪਾਈ ਕਰ ਕਰ ਦੇਖੈ, ਉੱਥੇ ਵੇਖਿਆ ਸ਼ਬਦ ਹੈ, ਇੱਥੇ ਦੇਖਿਆ ਸ਼ਬਦ ਆ ਗਿਆ। ਕਰ ਕਰ ਦੇਖਿਆ ਕੀਤਾ ਆਪਣਾ, ਉਹ ਵਾਹਿਗੁਰੂ ਕਰ ਕਰ ਆਪਣਾ ਕੀਤਾ ਹੋਇਆ ਵੇਖ ਰਿਹਾ ਹੈ, ਰਚਨਾ ਰਚ ਰਚ ਕੇ। ਉਹ ਇਹ ਨਹੀਂ ਕਿ ਉਹ ਪਾਸੇ ਹੋ ਗਿਆ ਰਚਨਾ ਰਚ ਕੇ, ਉਹ ਸਾਰਿਆਂ ਨੂੰ ਦੇਖ ਰਿਹਾ ਹੈ ਰਚਨਾ ਬਣਾ ਕੇ। ਕਰ ਕਰ ਦੇਖਿਆ ਕੀਤਾ ਆਪਣਾ, ਆਪਣੇ ਕੀਤੇ ਨੂੰ ਬਣਾ ਬਣਾ ਕੇ ਵੇਖ ਰਿਹਾ ਹੈ। ਜਿਉਂ ਤਿਸ ਦੀ ਵਡਿਆਈ, ਜਿਵੇਂ ਉਹਦੀ ਵਡਿਆਈ, ਜਿਵੇਂ ਉਹਦੀ ਰਜਾ ਹੈ। ਇਹ ਉਹਦੇ ਤੇ ਸਤਿਗੁਰਾਂ ਨੇ ਗੱਲ ਸੁੱਟ ਦਿੱਤੀ ਕਿ ਉਹ ਜਿਵੇਂ ਉਹਦੀ ਰਜਾ ਹੈ ਉਵੇਂ ਹੀ ਕਰ ਰਿਹਾ ਹੈ। ਉਹੀ ਅਕਾਲ ਪੁਰਖ ਪਰਮਾਤਮਾ ਰਚਨਾ ਬਣਾ ਕੇ ਉਹਨਾਂ ਨੂੰ ਦੇਖ ਰਿਹਾ ਹੈ ਤੇ ਉਹਦੀ ਸਾਰੀ ਹੀ ਵਡਿਆਈ ਹੈ, ਉਹਦੀ ਹੀ ਸਾਰੀ ਰਜਾ ਹੈ, ਜਿਵੇਂ ਉਹਦੇ ਮਨ ਵਿੱਚ ਆਉਂਦਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਇੱਥੇ ਫਿਰ ਸ਼ਬਦ ਆਇਆ ਹੈ, ਜਪਜੀ ਸਾਹਿਬ 'ਚ ਫਿਰ ਸ਼ਬਦ ਨਹੀਂ ਹੈ। ਜੋ ਤਿਸ ਭਾਵੈ, ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਸੋਈ ਕਰਸੀ, ਉਹ ਉਹੀ ਕੁਝ ਕਰਦਾ ਹੈ। ਫਿਰ ਹੁਕਮ ਨਾ ਕਰਨਾ ਜਾਈ, ਉਸ ਅਕਾਲ ਪੁਰਖ ਨੂੰ ਕੋਈ ਵੀ ਫਰਮਾਨ ਜਾਰੀ ਨਹੀਂ ਕਰ ਸਕਦਾ ਕਿ ਤੂੰ ਇੰਜ ਕਰ, ਤੂੰ ਇੰਜ ਨਾ ਕਰ। ਉਸ ਅਕਾਲ ਪੁਰਖ ਦੀ ਮਰਜ਼ੀ ਹੈ, ਉਹ ਜਿਵੇਂ ਵੀ ਆਪਣਾ ਕਾਰਜ ਚਲਾਉਂਦਾ ਹੈ ਆਪਣੀ ਮਰਜ਼ੀ ਦੇ ਨਾਲ ਚਲਾਉਂਦਾ ਹੈ। ਉਹ ਕਿਸੇ ਦੇ ਕੋਲੋਂ ਪੁੱਛ ਕੇ ਕੋਈ ਵੀ ਕਾਰਜ ਨਹੀਂ ਕਰਦਾ। ਜੋ ਤਿਸ ਭਾਵੈ ਸੋਈ ਕਰਸੀ, ਜੋ ਉਹਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਹੁਕਮ ਨਾ ਕਰਨਾ ਜਾਈ, ਉਹਨੂੰ ਕੋਈ ਜਿਹੜਾ ਹੈ ਕੋਈ ਜਵਾਬ ਨਹੀਂ ਦੇ ਸਕਦਾ, ਕੋਈ ਉਹਨੂੰ ਜਿਹੜਾ ਹੈ ਅੱਗਿਓਂ ਹੁਕਮ ਨਹੀਂ ਕਰ ਸਕਦਾ। ਸੋ ਪਾਤਸ਼ਾਹੋ ਸਾਹਾਂ ਪਤ ਸਾਹਿਬ, ਇੱਥੇ ਪਤ ਸਾਹਿਬ ਆਇਆ ਹੈ, ਜਪਜੀ ਸਾਹਿਬ ਦੇ ਵਿੱਚ ਪਾਤ ਸਾਹਿਬ ਹੈ। ਸੋ ਪਾਤਸ਼ਾਹੋ, ਉਹ ਪਾਤਸ਼ਾਹ ਹੈ, ਸ਼ਾਹਾਂ ਪਤ ਸਾਹਿਬ, ਜਿਹੜੇ ਪਾਤਸ਼ਾਹ ਹਨ ਉਹਨਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਇੰਨਾ ਵੱਡਾ ਹੈ ਉਹ ਅਕਾਲ ਪੁਰਖ, ਨਾਨਕ ਰਹਿਣ ਰਜਾਈ। ਸਤਿਗੁਰ ਕਹਿੰਦੇ ਕਿ ਉਹਦੀ ਰਜਾ ਵਿੱਚ ਚੱਲ ਕੇ ਹੀ ਮਨੁੱਖ ਚੰਗਾ ਲੱਗਦਾ ਹੈ। ਉਸ ਸਾਹਿਬ ਦੀ, ਉਸ ਪਾਤਸ਼ਾਹ ਦੀ ਨਜ਼ਰ ਮਿਹਰ ਦੀ ਨਿਗਾਹ ਦੇ ਵਿੱਚ, ਉਹਦੀ ਰਜਾ ਦੇ ਵਿੱਚ ਰਹਿਣਾ ਹੀ ਬਣਦਾ ਹੈ। ਕਿਉਂਕਿ ਮਨੁੱਖ ਨਹੀਂ ਜਾਣ ਸਕਦਾ ਕਿ ਉਹਦੀ ਕਿੰਨੀ ਵੱਡੀ ਰਜਾ ਹੈ। ਮਨੁੱਖ ਉਹਨੂੰ ਹੁਕਮ ਨਹੀਂ ਕਰ ਸਕਦਾ ਕਿਉਂਕਿ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸੋ ਪਾਤਸ਼ਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਹੁਣ ਸਤਿਗੁਰਾਂ ਨੇ ਇਹ ਜਿਹੜਾ ਹੈ ਪਹਿਲਾ ਸ਼ਬਦ ਇੱਥੇ ਸੰਪੂਰਨ ਕੀਤਾ। ਆਪ ਜੀ ਅੰਕ ਵੇਖ ਸਕਦੇ ਹੋ, ਇੱਕ ਅੰਕ ਲਿਖਿਆ ਇੱਥੇ। ਸੋ ਇੱਥੋਂ ਇੱਕ ਸ਼ਬਦ ਜਿਹੜਾ ਹੈ ਸੋ ਦਰਦਾ
ਉਹ ਸੰਪੂਰਨ ਹੋ ਗਿਆ ਹੈ। ਤੇ ਹੁਣ ਇਹ ਜਿਹੜਾ ਆਪ ਜੀ ਦੀ ਸਕਰੀਨ ਦੇ ਉੱਤੇ ਆ ਗਿਆ, ਇਹ ਦੂਸਰਾ ਸ਼ਬਦ ਹੈ। ਆਸਾ ਮਹੱਲਾ ਪਹਿਲਾ। ਆਸਾ ਥੋੜਾ ਜਿਹਾ ਇੱਥੇ ਰੁਕਣਾ ਹੈ। ਆਸਾ ਮਹੱਲਾ ਪਹਿਲਾ। ਰਾਗ ਆਸਾ ਹੈ, ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸੁਣ ਵੱਡਾ ਆਖੈ ਸਭ ਕੋਏ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਸੁਣਾ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ। ਹਰ ਕੋਈ ਕਹਿੰਦਾ ਕਿ ਬੜਾ ਵੱਡਾ ਹੈ। ਕਹਿਣ ਦੇ ਨਾਲ ਜਿਹੜਾ ਹੈ ਉਹਨੂੰ ਜਾਣਿਆ ਨਹੀਂ ਜਾ ਸਕਦਾ। ਹਰੇਕ ਜੀਵ ਜਿਹੜਾ ਉਹਦੀ ਸਿਫਤ ਦੇ ਵਿੱਚ ਲੱਗਾ, ਉਹਨੂੰ ਵੱਡਾ ਕਹਿਣ ਦੇ ਵਿੱਚ ਲੱਗਾ ਹੈ। ਸੁਣ ਵੱਡਾ ਆਖੇ ਸਭ ਕੋਈ। ਸੁਣ ਸੁਣ ਕੇ ਹਰ ਕੋਈ ਉਹਨੂੰ ਵੱਡਾ ਕਹਿੰਦਾ ਹੈ, ਵਿਸ਼ਾਲ ਕਹਿੰਦਾ ਹੈ। ਹਰੇਕ ਜੀਵ ਕੇਵੜ ਵੱਡਾ ਡੀਠਾ ਹੋਏ। ਪਰ ਉਸ ਅਕਾਲ ਪੁਰਖ ਕਿੱਡਾ ਵੱਡਾ ਹੈ, ਉਹ ਅਕਾਲ ਪੁਰਖ ਪਰਮਾਤਮਾ, ਉਹਨੂੰ ਵੇਖਿਆ ਹੀ ਪਤਾ ਲੱਗਦਾ ਕਿ ਉਹ ਕਿੱਡਾ ਵੱਡਾ ਹੈ। ਕੇਵੜ ਵੱਡਾ ਡੀਠਾ ਹੋਏ, ਇਹ ਵੇਖਦੇ ਹੀ ਪਤਾ ਲੱਗਦਾ ਕਿ ਉਹ ਕਿੰਨਾ ਵੱਡਾ ਹੈ। ਕੀਮਤ ਪਾਏ ਨਾ ਕਹਿਆ ਜਾਏ। ਉਸ ਅਕਾਲ ਪੁਰਖ ਦੇ ਬਰਾਬਰ ਦੱਸਿਆ ਨਹੀਂ ਜਾ ਸਕਦਾ। ਉਹਦਾ ਰੂਪ ਜਿਹੜਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਕੀਮਤ ਪਾਏ, ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ ਕਿ ਉਹ ਕਿੰਨਾ ਵੱਡਾ ਹੈ। ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਨਾ ਕਹਿਆ ਜਾਏ, ਨਾ ਉਹਦੇ ਬਾਰੇ ਕੁਝ ਕਹਿਆ ਜਾ ਸਕਦਾ ਕਿ ਉਹ ਕਿਹੋ ਜਿਹਾ ਤੇ ਕਿੱਡਾ ਵੱਡਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ ਤੇ ਨਾ ਹੀ ਉਹਦੇ ਬਾਰੇ ਕੁਝ ਕਹਿਆ ਜਾ ਸਕਦਾ। ਭਾਵ ਉਹਦੀ ਹਸਤੀ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੁਣ ਸਵਾਲ ਮਨ ਵਿੱਚ ਆਵੇਗਾ ਕਿ ਜੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਜੇ ਉਹਨੂੰ ਕਹਿਆ ਨਹੀਂ ਜਾ ਸਕਦਾ, ਤੇ ਫਿਰ ਕਹਿਣ ਦਾ ਫਾਇਦਾ ਕੀ? ਫਿਰ ਅਸੀਂ ਕਿਉਂ ਜਪੀਏ, ਕਿਉਂ ਉਹਨੂੰ ਯਾਦ ਕਰੀਏ? ਤੇ ਹੁਣ ਸਤਿਗੁਰਾਂ ਨੇ ਭਰਮ ਮਿਟਾ ਦਿੱਤਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹਨੂੰ ਕਹਿ ਕਹਿ ਕੇ ਉਹਦੇ ਵਿੱਚ ਸਮਾਉਣਾ ਹੈ। ਉਹਦੀ ਵਡਿਆਈ ਕਰ ਕਰਕੇ ਉਹਦੇ ਵਿੱਚ ਹੀ ਸਮਾ ਜਾਣਾ ਹੈ। ਸਤਿਗੁਰੂ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਤੈਨੂੰ ਕਹਿੰਦੇ ਹਨ, ਜਿਹੜੇ ਤੈਨੂੰ ਯਾਦ ਕਰਦੇ ਹਨ, ਉਹ ਤੇਰੇ ਵਿੱਚ ਹੀ ਸਮਾਈ ਜਾ ਰਹੇ। ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਉਹਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਉਹਦੇ ਵਿੱਚ ਸਮਾਇਆ ਜਾ ਸਕਦਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨੂੰ ਕਹਿਣਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ ਹੈ, ਉਹਦੇ ਵਿੱਚ ਸਮਾਉਣ ਵਾਸਤੇ, ਉਹਦਾ ਅੰਤ ਪਾਉਣ ਵਾਸਤੇ ਨਹੀਂ, ਉਹਦੇ ਵਿੱਚ ਸਮਾਉਣ ਵਾਸਤੇ ਉਹਨੂੰ ਯਾਦ ਕਰਨਾ ਚਾਹੀਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਹੜੇ ਕਹਿੰਦੇ ਹਨ ਉਹ ਤੇਰੇ ਵਿੱਚ ਹੀ ਅਕਾਲ ਪੁਰਖ ਜੀ ਸਮਾ ਗਏ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ। ਸਤਿਗੁਰੂ ਕਹਿੰਦੇ ਹੇ ਵਾਹਿਗੁਰੂ ਜੀ, ਆਪ ਜੀ ਵੱਡੇ ਹੋ, ਸਾਹਿਬ ਰੂਪ ਹੋ, ਆਪ ਜੀ ਮਾਲਕ ਹੋ ਸਭ ਦੇ। ਵੱਡੇ ਮੇਰੇ ਸਾਹਿਬਾ, ਮੈਂ ਕਿਹਾ ਸੀ ਨਾ ਸਤਿਗੁਰਾਂ ਨੇ ਇਹ ਅਕਾਲ ਪੁਰਖ ਨੂੰ ਜਿਵੇਂ ਸਾਹਮਣੇ ਚਿੱਤਰ ਕੇ ਇਸ ਸਮੁੱਚੀ ਬਾਣੀ ਦੇ ਵਿੱਚ, ਰਹਿ ਰਾਸ ਦੀ ਬਾਣੀ ਚ, ਜਿਵੇਂ ਅਕਾਲ ਪੁਰਖ ਸੱਚੇ ਪਾਤਸ਼ਾਹ ਸਾਹਮਣੇ ਖੜੇ ਹੋਣ ਤੇ ਉਹਨਾਂ ਦੇ ਨਾਲ ਸਾਹਮਣੇ ਦੇਖ ਕੇ ਗੱਲਬਾਤ ਕੀਤੀ ਜਾ ਰਹੀ ਹੋਵੇ। ਹੁਣ ਦੇਖੋ ਸਿੱਧਾ ਸੰਬੋਧਨ ਹੈ, ਵੱਡੇ ਮੇਰੇ ਸਾਹਿਬਾ। ਇਹ ਮੇਰੇ ਸਾਹਿਬਾ, ਤੂੰ ਵੱਡਾ ਹੈ, ਤੂੰ ਮਾਲਕ ਹੈ ਸਾਡਾ। ਗਹਿਰ ਗੰਭੀਰਾ, ਤੂੰ ਬੜਾ ਡੂੰਘਾ ਹੈ, ਗਹਿਰ ਗੰਭੀਰ ਹੈ ਤੂੰ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਵੱਡੇ ਜਿਗਰੇ ਵਾਲਾ ਹੈ ਤੂੰ, ਗਹਿਰਾ ਹੈ, ਗੰਭੀਰ ਹੈ ਤੂੰ, ਗੁਣੀ ਗਹੀਰਾ, ਤੂੰ ਗੁਣਾਂ ਦਾ ਸਮੁੰਦਰ ਹੈ, ਵਡਿਆਈਆਂ ਦਾ ਸਮੁੰਦਰ ਹੈ ਤੂੰ। ਗਹੀਰਾ ਦਾ ਅਰਥ ਸਮੁੰਦਰ। ਇਹ ਵਾਹਿਗੁਰੂ ਜੀ, ਤੁਸੀਂ ਵੱਡੇ ਹੋ, ਮੇਰੇ ਸਾਹਿਬ ਹੋ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕੋਈ ਨਹੀਂ ਜਾਣ ਸਕਦਾ, ਕੋਈ ਨਹੀਂ ਜਾਣਦਾ ਤੇਰਾ ਕਿੰਨਾ ਜ਼ਿਆਦਾ ਤੇ ਕਿੰਨਾ ਵੱਡਾ ਵਿਸਥਾਰ ਹੈ। ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਕਿ ਤੂੰ ਕਿੰਨਾ ਜਿਹੜਾ ਇਹ ਸੰਸਾਰ ਬਣਾ ਦਿੱਤਾ, ਕਿੰਨਾ ਵਿਸਥਾਰ ਤੂੰ ਖਿਲਾਰਿਆ ਹੋਇਆ ਹੈ, ਇਹਦੇ ਬਾਰੇ ਕੋਈ ਨਹੀਂ ਕਹਿ ਸਕਦਾ। ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਚੀਰਾ ਦਾ ਅਰਥ ਹੁੰਦਾ ਹੈ ਚੌੜਾਈ, ਮੋਟਾਈ ਜਿਹੜੀ ਮਾਪਣੀ, ਕਿ ਤੈਨੂੰ ਕੋਈ ਮਿਣ ਨਹੀਂ ਸਕਦਾ ਕਿ ਤੂੰ ਕਿੰਨੀ ਤੇਰੀ ਚੌੜਾਈ ਹੈ, ਕਿੰਨੀ ਜਿਹੜੀ ਹੈ ਤੇਰਾ ਕਿੰਨਾ ਵੱਡਾ ਵਿਸਥਾਰ ਹੈ। ਰਹਾਉ, ਰਹਾਉ ਦਾ ਅਰਥ ਹੁੰਦਾ ਵਿਸ਼ਰਾਮ ਦੇਣਾ। ਹੁਣ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ, ਇਹਦੇ ਅੱਗੇ 1 ਅੰਕ ਲਿਖਿਆ
ਇਹਦਾ ਅਰਥ ਹੈ ਕਿ ਪਹਿਲਾ ਬੰਦ ਜਿਹੜਾ ਇੱਥੇ ਸਮਾਪਤ ਹੋ ਗਿਆ। ਪਹਿਲਾ ਬੰਦ ਇਸ ਸ਼ਬਦ ਦਾ, ਆਸਾ ਮਹੱਲਾ ਪਹਿਲਾ ਦਾ ਪਹਿਲਾ ਬੰਦ ਇੱਥੇ ਸਮਾਪਤ ਹੋ ਗਿਆ। ਫਿਰ ਉਸ ਤੋਂ ਬਾਅਦ ਰਹਾਉ ਤੋਂ ਪਹਿਲਾਂ ਇੱਕ ਅੰਕ ਹੈ। ਇਹਦਾ ਭਾਵ ਹੈ ਕਿ ਇਹ ਜਿਹੜਾ ਸਮੁੱਚਾ ਸ਼ਬਦ ਹੈ, ਇਹਨਾਂ ਦੋ ਪੰਕਤੀਆਂ, ਇਹ ਜਿਹੜੀਆਂ ਦੋ ਪੰਕਤੀਆਂ ਹਨ, ਇਹ ਇਸ ਸ਼ਬਦ ਦੀ ਸਮੁੱਚਾ ਭਾਵ ਹੈ। ਦੋ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਉਹਦੀ ਗੈਰ ਗੰਭੀਰਤਾ ਦੱਸੀ ਹੈ ਕਿ ਉਹ ਬੜਾ ਵਿਸ਼ਾਲ ਹੈ, ਸਾਹਿਬ ਹੈ ਸਾਰਿਆਂ ਦਾ। ਇਸ ਕਰਕੇ ਇੱਥੇ ਇੱਕ ਅੰਕ ਆਇਆ ਤੇ ਰਹਾਉ ਆਇਆ ਕਿ ਇਸ ਸ਼ਬਦ ਨੂੰ, ਇਹਨਾਂ ਦੋ ਪੰਕਤੀਆਂ ਨੂੰ ਜਿਹੜਾ ਹੈ, ਇਹ ਸਾਰੇ ਸ਼ਬਦ ਨੂੰ ਇਹਨਾਂ ਦੋ ਪੰਕਤੀਆਂ ਤੇ ਟਿਕਾਉਣਾ ਹੈ। ਭਾਵ ਕਿ ਜਿਹੜੀ ਜਦੋਂ ਇਹਦੀ ਵਿਆਖਿਆ ਕਰਨੀ ਹੈ, ਇਹਨਾਂ ਦੋ ਪੰਕਤੀਆਂ ਨੂੰ ਜਿਹੜਾ ਹੈ ਨਾ, ਆ ਦੋ ਪੰਕਤੀਆਂ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ, ਇਹ ਜਿਹੜੀਆਂ ਦੋ ਪੰਕਤੀਆਂ ਹਨ, ਇਹ ਇਹਦਾ ਰਹਾਉ ਹੈ, ਇਹ ਇਹਦਾ ਵਿਸਥਾਰ ਹਨ। ਭਾਵ ਇਹਨਾਂ ਦੇ ਉੱਤੇ ਆਪਾਂ ਰੁਕਣਾ ਹੈ। ਉਸ ਤੋਂ ਬਾਅਦ ਇਹ ਹੁਣ ਦੂਸਰਾ ਬੰਦ ਸ਼ੁਰੂ ਹੋਣ ਲੱਗਾ ਇਸੇ ਸ਼ਬਦ ਦਾ। ਪਹਿਲਾ ਬੰਦ ਉੱਪਰ ਖਤਮ ਹੋਇਆ, ਫਿਰ ਰਹਾਉ ਵਾਲਾ ਬੰਦ, ਹੁਣ ਇਹ ਜਿਹੜਾ ਦੂਸਰਾ ਬੰਦ ਸ਼ੁਰੂ ਹੋਣ ਲੱਗਾ। ਸਭ ਸੁਰਤੀ ਮਿਲ ਸੁਰਤ ਕਮਾਈ। ਵਾਹਿਗੁਰੂ ਜੀ ਸਾਰਿਆਂ ਨੇ ਰਲ ਕੇ ਤੇ ਸੁਰਤ ਦੀ ਕਮਾਈ ਕੀਤੀ, ਸੁਰਤ ਨੂੰ ਤੇਰੇ ਵਿੱਚ ਜੋੜਿਆ, ਮੁੜ ਮੁੜ ਸਮਾਧੀਆਂ ਲਾਈਆਂ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਇਹ ਗੱਲ ਦੇ ਨਾਲ ਜੋੜਨਾ ਹੁਣ ਆਪਾਂ ਫਿਰ ਇਹਨੂੰ, ਕਿ ਵਾਹਿਗੁਰੂ ਜੀ ਸਾਰਿਆਂ ਨੇ ਬੜੀ ਸੁਰਤ ਦੀ ਕਮਾਈ ਕੀਤੀ, ਬੜੀ ਸੁਰਤਾਂ ਜੋੜ ਜੋੜ ਕੇ ਵੱਖ ਵੱਖ ਤਰੀਕਿਆਂ ਨੇ ਤੈਨੂੰ ਯਾਦ ਕੀਤਾ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਾਰਿਆਂ ਨੇ ਮਿਲ ਕੇ ਤੇਰੀ ਕੀਮਤ ਪਾਉਣ ਦਾ ਯਤਨ ਕੀਤਾ। ਤੇਰੇ ਬਰਾਬਰ ਕੋਈ ਹਸਤੀ, ਕਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਤੇਰੀ ਕੀਮਤ, ਤੇਰੇ ਬਰਾਬਰ ਕੋਈ ਜਿਹੜਾ ਲੱਭ ਸਕੇ। ਸਭ ਕੀਮਤ ਮਿਲ ਕੀਮਤ ਪਾਈ, ਸਾਰਿਆਂ ਨੇ ਮਿਲ ਕੇ ਬੜਾ ਹੀ ਤੈਨੂੰ ਯਤਨ ਕੀਤਾ ਕਿ ਤੇਰਾ ਜਿਹੜਾ ਹੈ ਮੁੱਲ ਪਾਇਆ ਜਾ ਸਕੇ, ਤੇਰੀ ਕੀਮਤ ਪਾਈ ਜਾ ਸਕੇ, ਤੇਰੇ ਬਰਾਬਰ ਕੋਈ ਹੋਰ ਜਿਹੜਾ ਹੈ ਉਹ ਤੁਲ ਸਕੇ, ਤੇਰੇ ਬਰਾਬਰ ਕੋਈ ਪਹੁੰਚ ਸਕੇ। ਇਸ ਤਰ੍ਹਾਂ ਕਰਕੇ ਕਈਆਂ ਨੇ ਸੁਰਤ ਦੇ ਨਾਲ ਬੜੀਆਂ ਉਡਾਰੀਆਂ ਲਾਈਆਂ। ਗਿਆਨੀ ਧਿਆਨੀ ਗੁਰ ਗੁਰਹਾਈ, ਗਿਆਨਵਾਨ ਜਿਹੜੇ ਲੋਕ ਆ, ਵਿਚਾਰਵਾਨ, ਉਹਨਾਂ ਨੇ ਗਿਆਨ ਦੇ ਨਾਲ ਤੈਨੂੰ ਜਿਹੜਾ ਕਥਨ ਕੀਤਾ ਕਿ ਪਰਮਾਤਮਾ ਕਿਵੇਂ ਦਾ ਹੈ, ਕਿੰਨਾ ਵੱਡਾ ਹੈ। ਧਿਆਨੀਆਂ ਨੇ ਸੁਰਤਾਂ ਜੋੜ ਜੋੜ ਕੇ ਤੈਨੂੰ ਤੇਰੀ ਕੀਮਤ ਪਾਉਣੀ ਚਾਹੀ, ਸੁਰਤਾਂ ਜੋੜੀਆਂ ਧਿਆਨੀਆਂ ਨੇ। ਗੁਰ ਗੁਰਹਾਈ, ਤੇ ਕਈ ਜਿਹੜੇ ਗੁਰ ਗੁਰਹਾਈ ਵੱਡੇ ਵੱਡੇ ਪ੍ਰਸਿੱਧ ਜਿਹੜੇ ਗੁਰੂ ਹੋਏ ਆ, ਉਹਨਾਂ ਨੇ ਵੀ ਕਈ ਤਰੀਕਿਆਂ ਦੇ ਨਾਲ ਤੇਰਾ ਅੰਤ ਪਾਉਣ ਦਾ ਯਤਨ ਕੀਤਾ। ਕਹਿਣ ਤੋਂ ਭਾਵ ਕਿ ਅਕਾਲ ਪੁਰਖ ਜੀ, ਆਪਾਂ ਫਿਰ ਉਸੇ ਸ਼ਬਦ ਲਾਈਨ ਤੇ ਆ ਜਾਂਦੇ ਆ, ਉਸੇ ਹੀ ਬੰਦ ਤੇ ਰਹਾਉ ਵਾਲੇ ਦੇ, ਕਿ ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਭਾਵੇਂ ਕੋਈ ਕਿੰਨੀਆਂ ਮਰਜ਼ੀ ਸੁਰਤੀਆਂ ਜੋੜੀ ਜਾਵੇ, ਭਾਵੇਂ ਜਿੰਨੀ ਮਰਜ਼ੀ ਕੋਈ ਤੇਰੇ ਬਰਾਬਰ ਕਿਸੇ ਦੀ ਕੀਮਤ ਪਾਈ ਜਾਵੇ, ਪਰ ਕੋਈ ਗਿਆਨੀ ਹੋਵੇ, ਧਿਆਨੀ ਹੋਵੇ, ਭਾਵੇਂ ਕਿੱਡਾ ਵੱਡਾ ਵੀ ਗੁਰੂ ਹੋਵੇ, ਉਹ ਵੀ ਤੇਰਾ ਅੰਤ ਨਹੀਂ ਪਾ ਸਕਦਾ। ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਉਹ ਤੇਰੀ ਤਿਲ ਮਾਤਰ ਵਡਿਆਈ ਨਹੀਂ ਜਾਣ ਸਕੇ, ਤੇਰੀ ਤਿਲ ਮਾਤਰ ਵਡਿਆਈ ਨਹੀਂ ਕਹਿ ਸਕਦੇ। ਭਾਵੇਂ ਜਿੰਨਾ ਮਰਜ਼ੀ ਉਹ ਆਪਣੇ ਸ਼ਾਸਤਰਾਂ ਦੇ ਗਿਆਨ ਦੇ ਨਾਲ ਤੈਨੂੰ ਜਿਹੜਾ ਹੈ ਤੈਨੂੰ ਸਮਝਣ ਦੀ ਕੋਸ਼ਿਸ਼ ਕਰਨ, ਭਾਵੇਂ ਜਿੰਨਾ ਮਰਜ਼ੀ ਧਿਆਨ ਲਾਈ ਜਾਣ, ਪਰ ਫਿਰ ਵੀ ਕਹਿ ਨਾ ਜਾਈ ਤੇਰੀ ਤਿਲ ਵਡਿਆਈ, ਕਿ ਤੇਰੀ ਕਿੰਨੀ ਕੁ ਵਡਿਆਈ ਹੈ ਉਹ ਨਹੀਂ ਦੱਸ ਸਕਦੇ। ਭੋਰਾ ਜਿੰਨੀ ਵੀ ਵਡਿਆਈ ਤੇਰੀ ਉਹ ਨਹੀਂ ਕਹਿ ਸਕਦੇ। ਸੋ ਇੱਥੇ ਦੂਸਰਾ ਬੰਦ ਜਿਹੜਾ ਉਹ ਖਤਮ ਹੋ ਗਿਆ, ਇਸ ਸ਼ਬਦ ਦਾ ਦੂਸਰਾ ਬੰਦ ਖਤਮ ਹੋ ਗਿਆ। ਹੁਣ ਆਪਾਂ ਹਾਂਜੀ, ਹੁਣ ਤੀਸਰਾ ਬੰਦ ਜਿਹੜਾ ਉਹ ਸਤਿਗੁਰੂ ਆਰੰਭ ਕਰਨ ਲੱਗੇ ਇਸੇ ਸ਼ਬਦ ਦਾ। ਆਪਾਂ ਦੋ ਬੰਦ ਵਿਚਾਰੇ ਆ ਇਸ ਸ਼ਬਦ ਦੇ, ਆਸਾ ਮਹੱਲਾ ਪਹਿਲਾ ਦੇ। ਸਤਿਗੁਰੂ ਕਹਿੰਦੇ ਆ, ਸਭ ਸਤ ਸਭ ਤਪ ਸਭ ਚੰਗਿਆਈਆਂ। ਭਾਵੇਂ ਕੋਈ ਮਨੁੱਖ ਜਿੰਨਾ ਮਰਜ਼ੀ ਭਲਾ ਕੰਮ ਕਰ ਲੇ, ਸੱਤ ਬੋਲੇ, ਤਪ ਕਰ ਲੇ, ਕਠਿਨ ਸਾਧਨਾ ਕਰੇ, ਸਭ ਚੰਗਿਆਈਆਂ, ਭਾਵੇਂ ਜਿੰਨੀਆਂ ਮਰਜ਼ੀਆਂ ਚੰਗਿਆਈਆਂ ਇਕੱਠੀਆਂ ਕਰ ਲੇ, ਜਿੰਨੇ ਮਰਜ਼ੀ ਉਹ ਗੁਣ ਧਾਰਨ ਕਰ ਲੇ ਸੰਸਾਰ ਦੇ ਵਿੱਚ, ਲੋਕ ਉਹਨੂੰ ਕਹਿਣ ਬੜਾ ਚੰਗਾ ਹੈ, ਬੜਾ ਤਪੀ ਹੈ, ਬੜਾ ਤਪ ਕਰਦਾ ਹੈ। ਕੋਈ ਜਿੰਨਾ ਮਰਜ਼ੀ ਸੱਚਾ ਬਣੇ ਜਾਵੇ, ਸਭ ਸੱਤ, ਸਾਰੀਆਂ ਸਚਾਈਆਂ ਦਾ ਉਹ ਜਿਹੜਾ ਹੈ ਮੁੱਖ ਹੋਵੇ, ਸਭ ਸੱਤ ਸਭ ਤਪ, ਸਾਰੇ ਤਪ ਉਹਨੇ ਕੀਤੇ ਹੋਣ, ਸਭ ਚੰਗਿਆਈਆਂ, ਸਾਰੀਆਂ ਚੰਗਿਆਈਆਂ ਉਹਦੇ ਕੋਲ ਹੋਣ, ਸਿੱਧਾ ਪੁਰਖਾਂ ਕੀਆਂ ਵਡਿਆਈਆਂ।
ਸਿੱਧਾ ਪੁਰਖਾਂ, ਇੱਥੇ ਬਿੰਦੀਆਂ ਆਪ ਜੀ ਲਾ ਸਕਦੇ ਹੋ। ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਕੋਈ ਸਿੱਧ ਹੋਵੇ ਕਰਾਮਾਤੀ, ਉੱਗਾ ਹੋਇਆ ਸਿੱਧ ਜਿਹਦੇ ਕੋਲ ਕਰਾਮਾਤਾਂ ਹੋਣ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਕਿ ਉਹ ਆਪਣੇ ਜੀਵਨ ਦੇ ਵਿੱਚ ਜਿਹੜਾ ਸਫਲ ਹੋ ਗਏ ਹੋਣ ਆਪਣੀਆਂ ਸਿੱਧੀਆਂ ਦੇ ਨਾਲ। ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੇ ਉਹਨਾਂ ਦੀ ਵਡਿਆਈ ਹੋਵੇ ਚਾਰੇ ਪਾਸੇ। ਤੁਧ ਵਿਨ ਸਿੱਧੀ ਕਿਨੈ ਨਾ ਪਾਈਆ, ਪਰ ਤੈਨੂੰ ਬੁੱਝਣ ਦੀ ਗੱਲ, ਤੁਧ ਵਿਨ ਸਿੱਧੀ ਕਿਨੇ ਨਾ ਪਾਈਆ, ਬਿਨਾ ਤੁਧ ਵਿਨ, ਤੇਰੇ ਤੋਂ ਬਿਨਾ ਸਿੱਧੀ ਕਿਨੇ ਨਾ ਪਾਈਆ। ਕਿਸੇ ਮਨੁੱਖ ਨੇ ਵੀ, ਕਿਸੇ ਮਨੁੱਖ ਚ ਤਾਕਤ ਨਹੀਂ ਕਿ ਤੈਨੂੰ ਜਾਣ ਸਕੇ। ਭਾਵੇਂ ਉਹਦੇ ਕੋਲ ਜਿੰਨਾ ਮਰਜ਼ੀ ਸੱਤ ਹੋਵੇ, ਭਾਵੇਂ ਜਿੰਨਾ ਮਰਜ਼ੀ ਤਪ ਹੋਵੇ, ਭਾਵੇਂ ਜਿੰਨੀਆਂ ਮਰਜ਼ੀ ਚੰਗਿਆਈਆਂ ਹੋਣ, ਤੇ ਭਾਵੇਂ ਕਿਸੇ ਦੇ ਕੋਲ ਜਿੰਨਾ ਮਰਜ਼ੀ ਜਿਹੜਾ ਹੈ ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਭਾਵੇਂ ਉਹਨਾਂ ਦੇ ਕੋਲ ਮਾਣ ਵਡਿਆਈ ਹੋਵੇ ਸਿੱਧੀਆਂ ਦੀ, ਭਾਵ ਸਿੱਧ ਪੁਰਸ਼ ਕਿਉਂ ਨਾ ਹੋਣ, ਪਰ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਪਰ ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੇ ਵੀ ਕਾਮਯਾਬੀ ਹਾਸਲ ਨਹੀਂ ਕੀਤੀ, ਭਾਵ ਕਿਸੇ ਨੇ ਵੀ ਸਫਲਤਾ ਹਾਸਲ ਨਹੀਂ ਕੀਤੀ ਤੈਨੂੰ ਜਾਣਨ ਦੀ। ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਤੇਰੀ ਕਿਰਪਾ ਨਾਲ ਜੇ ਕਿਸੇ ਨੂੰ ਕੋਈ ਬਖਸ਼ਿਸ਼ ਹੋ ਜਾਵੇ ਤੇ ਉਹਨੂੰ ਕੋਈ ਰੋਕ ਵੀ ਨਹੀਂ ਸਕਦਾ। ਭਾਵ ਕਿ ਕੋਈ ਜਿੰਨਾ ਮਰਜ਼ੀ ਸੱਤ ਕਮਾ ਲਵੇ, ਤਪ ਕਮਾ ਲਵੇ, ਚੰਗਿਆਈਆਂ ਵਰਤ ਲਵੇ, ਉਹਦੇ ਕੋਲ ਜਿੰਨੇ ਮਰਜ਼ੀ ਜਿਹੜੇ ਹੈ 18 ਸਿੱਧੀਆਂ ਆ ਜਾਣ, ਸਿੱਧ ਪੁਰਸ਼ ਬਣ ਜਾਵੇ, ਤੁਧ ਵੀ ਨੀ ਸਿੱਧੀ ਕਿਨੇ ਨਾ ਪਾਈ ਆ, ਪਰ ਤੇਰੀ ਕਿਰਪਾ ਦੇ ਨਾਲ ਕਿਸੇ ਨੂੰ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਜਿੰਨਾ ਚਿਰ ਤੂੰ ਕਿਸੇ ਦੇ ਉੱਤੇ ਕਿਰਪਾ ਨਾ ਕਰੇ। ਪਰ ਜਿਹਦੇ ਉੱਤੇ ਤੂੰ ਆਪਣੀ ਕਿਰਪਾ ਕਰਦੇ, ਕਰਮ ਮਿਲੇ ਨਾਹੀ ਠਾਕ ਰਹਾਈਆ। ਪਰ ਜਿਸ ਉੱਤੇ ਤੂੰ ਕਿਰਪਾ ਕਰ ਦਵੇਂ ਤੇ ਉਹਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਜਿਹੜੀਆਂ ਦੂਰ ਹੋ ਜਾਂਦੀਆਂ। ਠਾਕ ਦਾ ਅਰਥ ਹੁੰਦਾ ਹੈ ਰੋਕ। ਕਰਮ ਮਿਲੇ ਨਾਹੀ ਠਾਕ ਰਹਾਈਆ, ਤੇਰੀ ਕਰਮਾਂ ਦੇ ਨਾਲੇ ਨਾ ਹੀ ਠਾਕ ਰਹਾਈਆ, ਏਦਾਂ ਪੜ੍ਹਨਾ ਹੈ। ਕਰਮ ਮਿਲੇ, ਤੇਰੀ ਕਿਰਪਾ ਦੇ ਨਾਲ ਜਿਹੜਾ ਹੈ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ, ਜਿਹਦੇ ਤੇ ਤੇਰੀ ਕਿਰਪਾ ਹੋਵੇ, ਨਾ ਹੀ ਠਾਕ ਰਹਾਈਆ, ਤੇ ਫਿਰ ਕਿਸੇ ਤਰ੍ਹਾਂ ਦੀ ਕੋਈ ਰੋਕ ਉਸ ਬੰਦੇ ਨੂੰ ਨਹੀਂ ਲੱਗਦੀ। ਆਖਣ ਵਾਲਾ ਕਿਆ ਵਿਚਾਰਾ, ਵਿਚਾਰਾ ਜੀਵ ਕੀ ਆਖ ਸਕਦਾ ਤੇਰੇ ਬਾਰੇ। ਨਿਰਬਲ ਮਨੁੱਖ ਹੈ, ਤੁਸ਼ ਬੁੱਧੀ ਵਾਲਾ ਹੈ, ਆਖਣ ਵਾਲਾ ਕਿਆ ਵਿਚਾਰਾ, ਉਹ ਤੈਨੂੰ ਕੀ ਉਚਾਰਨ ਕਰ ਸਕਦਾ ਹੈ, ਤੇਰੇ ਬਾਰੇ ਕੀ ਕਹਿ ਸਕਦਾ ਹੈ। ਹੁਣ ਚੌਥਾ ਬੰਦ ਸ਼ੁਰੂ ਹੋ ਗਿਆ। ਸਿਫਤੀ ਭਰੇ ਤੇਰੇ ਭੰਡਾਰਾ, ਵਾਹਿਗੁਰੂ ਤੇਰੇ ਜਿਹੜੇ ਭੰਡਾਰੇ ਹਨ ਉਹ ਸਿਫਤਾਂ ਦੇ ਨਾਲ ਭਰੇ ਪਏ ਹਨ, ਗੁਣਾਂ ਦੇ ਨਾਲ ਭਰੇ ਪਏ ਹਨ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਜਿਨ੍ਹਾਂ ਨੂੰ ਤੂੰ ਦਿੰਦਾ ਹੈ ਉਹਨਾਂ ਨੂੰ ਤੂੰ ਦੇਈ ਜਾ ਰਿਹਾ, ਤਿਸੈ ਕਿਆ ਚਾਰਾ, ਉਹ ਕਿਉਂ ਕਿਸੇ ਹੋਰ ਦੇ ਜਰੀਏ ਖਿਆਲ ਕਰੇ। ਭਾਵ ਜਿਨ੍ਹਾਂ ਨੂੰ ਤੂੰ ਵਾਹਿਗੁਰੂ ਜੀ, ਜਿਸ ਤੂੰ ਦੇਹ, ਜਿਨ੍ਹਾਂ ਨੂੰ ਤੂੰ ਦੇਣਾ ਹੈ ਵਡਿਆਈਆਂ, ਆਪਣੇ ਭੰਡਾਰੇ ਵਿੱਚੋਂ ਸਿਫਤਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ, ਜਿਨ੍ਹਾਂ ਨੂੰ ਤੂੰ ਸਿਫਤਾਂ ਦੇਣਾ ਹੈ, ਤਿਸੈ ਕਿਆ ਚਾਰਾ, ਉਹਦਾ ਕੋਈ ਬਲ ਨਹੀਂ। ਅਰਥਾਤ ਉਹ ਆਪਣੇ ਆਪ ਤੇਰੀਆਂ ਸਿਫਤਾਂ ਦੀ ਦਾਤ ਨਹੀਂ ਲੈ ਸਕਦਾ, ਉਹਦਾ ਆਪਣਾ ਕੋਈ ਬਲ ਨਹੀਂ। ਚਾਰਾ ਦਾ ਅਰਥ ਬਲ, ਭਾਵ ਉਹਦਾ ਆਪਣਾ ਬਲ ਨਹੀਂ ਕਿ ਉਹ ਤੇਰੀਆਂ ਸਿਫਤਾਂ ਗਾਇਨ ਕਰੇ, ਇਹ ਤੇ ਤੂੰ ਉਹਦੇ ਉੱਤੇ ਕਿਰਪਾ ਕਰੇ ਤੇ ਤੇਰੀਆਂ ਸਿਫਤਾਂ ਕੋਈ ਗਾ ਸਕਦਾ। ਨਾਨਕ ਸੱਚ ਸਵਾਰਨ ਹਾਰਾ, ਇਹ ਵਾਹਿਗੁਰੂ ਜੀ, ਨਾਨਕ ਉਸ ਅਕਾਲ ਪੁਰਖ ਨੂੰ ਆਖ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਨਾਨਕ ਸੱਚ ਸਵਾਰਨ ਹਾਰਾ, ਉਹ ਸੱਚਾ ਹੈ, ਉਹੀ ਮਨੁੱਖਾਂ ਨੂੰ ਸਵਾਰਨ ਹਾਰਾ ਹੈ, ਉਹੀ ਵਡਿਆਈਆਂ ਦੇਣ ਵਾਲਾ ਹੈ, ਉਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਭਾਵ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਤੇਰੀ ਜਿਹੜੀ ਵਡਿਆਈ ਹੈ ਉਹ ਤੂੰ ਹੀ ਜਾਣਦਾ ਹੈ, ਕੋਈ ਤੈਨੂੰ ਕੁਛ ਨਹੀਂ ਕਹਿ ਸਕਦਾ, ਕੋਈ ਤੇਰੇ ਬਾਰੇ, ਕਿਉਂਕਿ ਤੂੰ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਕਿ ਤੂੰ ਕਿੱਡਾ ਵੱਡਾ ਹੈ ਇਹ ਤੂੰ ਹੀ ਜਾਣਦਾ। ਪਰ ਜਿਨ੍ਹਾਂ ਦੇ ਉੱਤੇ ਤੂੰ ਬਖਸ਼ਿਸ਼ ਕਰਦਾ ਹੈ ਅਖੀਰਲੇ ਬੰਦ ਦੇ ਵਿੱਚ, ਉਹੀ ਤੇਰੀਆਂ ਸਿਫਤਾਂ ਕਹਿ ਸਕਦਾ ਹੈ, ਉਹੀ ਤੇਰਾ ਗੁਣ ਗਾਣ ਕਰ ਸਕਦਾ ਹੈ, ਜਿਨ੍ਹਾਂ ਨੂੰ ਤੂੰ ਸਵਾਰਿਆ ਹੈ, ਜਿਨ੍ਹਾਂ ਦੇ ਉੱਤੇ ਤੂੰ ਮਿਹਰ ਕੀਤੀ ਹੈ, ਜਿਨ੍ਹਾਂ ਨੂੰ ਉਹ ਸੱਚੇ ਨੇ ਸਵਾਰ ਦਿੱਤਾ ਹੈ, ਉਹੀ ਉਹਦਾ ਗੁਣਗਾਨ ਕਰਦੇ ਹਨ। ਸੋ ਸਾਧ ਸੰਗਤ, ਆਪਾਂ ਰਹਿਰਾਸ ਸਾਹਿਬ ਜੀ ਦੇ ਇਹ ਜਿਹੜੇ ਦੋ ਬੰਦ ਵਿਚਾਰ ਲਏ ਆ, ਦੋ ਸ਼ਬਦ ਵਿਚਾਰੇ ਹਨ, ਤੇ ਆ ਦੇਖੋ ਆਪ ਜੀ ਦੇ ਸਾਹਮਣੇ ਸਕਰੀਨ ਦੇ ਉੱਤੇ 4 ਲਿਖਿਆ ਤੇ ਨਾਲ 2 ਲਿਖਿਆ।
4 ਦਾ ਭਾਵ ਹੈ ਕਿ ਇਸ ਸ਼ਬਦ ਦੇ 4 ਬੰਦ ਹਨ, ਪਰ 3 ਤੇ ਇੱਥੇ ਚੌਥਾ ਬੰਦ ਸਮਾਪਤ ਹੋਇਆ ਹੈ। ਤੇ ਫਿਰ ਉਸ ਤੋਂ ਬਾਅਦ 2 ਨੰਬਰ ਕਿਉਂ ਲਿਖਿਆ? ਇੱਥੇ ਦੂਸਰਾ ਸ਼ਬਦ ਸਮਾਪਤ ਹੋਇਆ ਹੈ। ਪਹਿਲਾ ਸ਼ਬਦ ਜਿਹੜਾ ਸੀ ਸੋਦਰ ਵਾਲਾ, ਤੇ ਦੂਸਰਾ ਜਿਹੜਾ ਸੀ ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ। ਇੱਥੇ ਹੁਣ 2 ਸ਼ਬਦ ਜਿਹੜੇ ਆ ਉਹ ਸਮਾਪਤ ਹੋ ਚੁੱਕੇ ਹਨ, ਤਾਂ ਕਰਕੇ ਇੱਥੇ 2 ਸ਼ਬਦ ਲੱਗਾ। ਆਪ ਜੀ ਦੀ ਗੱਲ ਪਕੜ ਚ ਆ ਗਈ ਹੋਏਗੀ ਕਿ ਇਸ ਸ਼ਬਦ ਦੇ 4 ਬੰਦ ਸਨ, 4 ਸ਼ਬਦ ਤਾਂ ਲਿਖਿਆ, ਤੇ ਦੂਸਰਾ ਸ਼ਬਦ ਹੈ ਇਹ ਸੋਦਰ ਦਾ। ਪਹਿਲਾ ਸ਼ਬਦ ਜਿਹੜਾ ਸੀ ਆਪਾਂ ਸੋਦਰ ਤੇਰਾ ਕਿਹਾ ਵਾਲਾ ਪੜ ਲਿਆ, ਇਹ ਹੁਣ ਦੂਸਰਾ ਸ਼ਬਦ ਜਿਹੜਾ ਇੱਥੇ ਸਮਾਪਤ ਹੋਇਆ ਹੈ, ਤਾਂ ਕਰਕੇ ਇੱਥੇ 4 ਤੇ 2 ਲਿਖਿਆ ਹੋਇਆ ਹੈ। ਇਹ ਆਪ ਜੀ ਨੇ ਜਿਹੜਾ ਹੈ ਧਿਆਨ ਦੇਣਾ ਹੈ। ਇਹ ਆਪਾਂ ਹੁਣ 2 ਸ਼ਬਦ ਜਿਹੜੇ ਆ ਰਹਿਰਾਸ ਸਾਹਿਬ ਦੇ ਕਰ ਲਏ ਹਨ। ਇਸ ਤੋਂ ਬਾਅਦ ਹੁਣ ਆਪਾਂ ਕੱਲ ਨੂੰ ਜਿਹੜਾ ਹੈ ਉਹ ਅੱਗੇ ਵਿਚਾਰਾਂਗੇ। ਤੇ ਪਹਿਲੇ ਸੋਦਰ ਦੇ ਸਰਲੇਖ ਹੇਠ ਮੈਂ ਦੱਸਿਆ ਸੀ 5 ਸ਼ਬਦ ਹਨ, ਤੇ 3 ਸ਼ਬਦ ਇਹ ਰਹਿ ਗਏ। ਫਿਰ ਉਸ ਤੋਂ ਬਾਅਦ ਸੋ ਪੁਰਖ ਦੇ ਸਰਲੇਖ ਹੇਠ 4 ਸ਼ਬਦ ਹਨ। 9 ਸ਼ਬਦ ਜਿਹੜੇ ਹਨ ਇਹ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਦਰਜ ਹਨ, ਜਪਜੀ ਸਾਹਿਬ ਤੋਂ ਬਾਅਦ। ਤੇ ਉਸ ਤੋਂ ਬਾਅਦ ਜਿਹੜੀ ਰਹਿ ਰਾਸ ਹੈ ਇਹਦੇ ਵਿੱਚ ਚੌਪਈ ਸਾਹਿਬ ਜਿਹੜੀ ਐਡ ਕਰਕੇ 10ਵੇਂ ਪਾਤਸ਼ਾਹ ਜੀ ਦੇ ਵੇਲੇ ਫਿਰ ਆਪਾਂ ਜਿਹੜੀ ਹੈ ਰਹਿ ਰਾਸ ਦੀ ਸਮੁੱਚੀ ਬਾਣੀ ਜਿਹੜੀ ਪੜ੍ਹਦੇ ਆ। ਜੋ ਹੁਣ ਦੀ ਮਰਿਆਦਾ ਹੈ ਉਹ ਆਪਾਂ ਵਿਚਾਰਨੀ ਹੈ। ਸੋ ਇੰਨੀਆਂ ਕੁ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਆ। ਜੇ ਕਿਸੇ ਦਾ ਕੋਈ ਸਵਾਲ ਹੈ, ਕਿਸੇ ਸ਼ਬਦ ਨੂੰ ਪੜ੍ਹਨ ਦੇ ਲਈ ਵਿੱਚ ਦਿੱਕਤ ਆ ਰਹੀ ਹੈ, ਤੇ ਆਪ ਜੀ ਕਹਿ ਸਕਦੇ ਹੋ, ਤੇ ਆਪਾਂ ਫਿਰ ਉਹ ਆਪ ਜੀ ਨੂੰ ਜਿਹੜਾ ਵਿਚਾਰ ਕਰ ਲੈਂਦੇ ਆ। ਬੇਨਤੀ ਹੈ ਕਿ ਆਪ ਜੀ ਆਪਣਾ ਮਾਈਕ ਔਨ ਕਰਕੇ ਸਵਾਲ ਜਿਹੜਾ ਕਰ ਸਕਦੇ ਹੋ ਕਿ ਸ਼ਬਦ ਦੇ ਬਾਰੇ। ਹਾਂਜੀ, ਵਾਹਿਗੁਰੂ। ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਫਿਰ ਮੈਂ ਦੱਸਦਾ ਜਾਵਾਂ ਕਿ ਜੇ ਆਪ ਜੀ ਦਾ ਕੋਈ ਸਵਾਲ ਹੋਵੇ ਤੇ WhatsApp ਕਰ ਸਕਦੇ ਹੋ। ਤੇ ਆਪਾਂ ਇਹ 2 ਸ਼ਬਦ ਵਿਚਾਰੇ ਹਨ, ਇਹਨਾਂ ਨੂੰ ਆਪ ਜੀ ਨੇ ਫਿਰ ਇੱਕ ਵਾਰੀ ਵਾਚ ਲੈਣਾ, ਤੇ ਕੱਲ ਨੂੰ ਆਪਾਂ ਜਿਹੜਾ ਹੈ ਨੈਕਸਟ ਜਿਹੜੇ ਅਗਲੇ 2-3 ਸ਼ਬਦ ਹਨ ਉਹ ਵਿਚਾਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।